हाँ जी बेटा, ਜਿਹੜਾ ਕੱਲ ਲਾਸਟ ਟੌਪਿਕ ਕਰਦੇ ਪਏ ਸੀਗੇ ਉਹ ਚ ਆਪਾਂ ਗੈਲਵੈਨੋਮੀਟਰ ਵਾਲਾ ਟੌਪਿਕ ਕੰਪਲੀਟ ਕੀਤਾ ਸੀ ਤੇ ਨੈਕਸਟ ਹੈਗਾ ਤੁਹਾਡੇ ਕੋਲ ਕਨਵਰਜਨ ਆਫ ਗੈਲਵੈਨੋਮੀਟਰ ਇਨਟੂ ਐਮਮੀਟਰ ਤੇ ਕਨਵਰਜਨ ਆਫ ਗੈਲਵੈਨੋਮੀਟਰ ਇਨਟੂ ਵੋਲਟਮੀਟਰ। ਠੀਕ ਹੈ ਜੀ। ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਟਰਮ ਦੀ ਗੱਲ ਕੱਲ ਸ਼ੁਰੂ ਕੀਤੀ ਸੀ, ਸ਼ੰਟ। ਸ਼ੰਟ ਪੁੱਤ ਕੱਲ ਆਪਾਂ ਜਿਹੜਾ ਵਰਡ ਲਿੱਤਾ ਸੀਗਾ तो ਚ ਆਪਾਂ ਇਹ ਕਿਹਾ ਸੀਗਾ ਕਿ ਜੇ ਸ਼ੰਟ ਨੂੰ ਡਿਫਾਈਨ ਕਰੀਏ, ਇੱਕ ਸੈਕਿੰਡ ਮੈਨੂੰ ਬਸ ਸੈਟਿੰਗ ਕਰ ਲੈਣ ਦਿਓ। ਚਲੋ, ਸ਼ੰਟ ਨੂੰ ਆਪਾਂ ਡਿਫਾਈਨ ਕੀਤਾ ਸੀਗਾ ਕਿ ਸ਼ੰਟ ਬੇਸਿਕਲੀ ਐਸ ਸੱਚ ਜਦੋਂ ਗੈਲਵੈਨੋਮੀਟਰ ਨੂੰ ਅਸੀਂ ਐਮਮੀਟਰ ਚ ਚੇਂਜ ਕਰਨਾ ਤੇ ਗੈਲਵੈਨੋਮੀਟਰ ਤੇ ਐਮਮੀਟਰ ਦੇ ਵਿੱਚ ਬੇਸਿਕ ਡਿਫਰੈਂਸ ਅਸੀਂ ਲਿੱਤਾ ਸੀਗਾ ਕਿ ਗੈਲਵੈਨੋਮੀਟਰ ਮੀਡੀਅਮ ਰੈਜ਼ਿਸਟੈਂਸ ਡਿਵਾਈਸ ਆ ਤੇ ਐਮਮੀਟਰ ਮੇਰਾ ਜਿਹੜਾ ਉਹ ਲੋ ਰੈਜ਼ਿਸਟੈਂਸ ਡਿਵਾਈਸ ਆ। ਤੇ ਜੇ ਫਿਰ ਮੈਂ ਐਸ ਸੱਚ ਮੀਡੀਅਮ ਰੈਜ਼ਿਸਟੈਂਸ ਤੋਂ ਰੈਜ਼ਿਸਟੈਂਸ ਨੂੰ ਲੋ ਰੈਜ਼ਿਸਟੈਂਸ ਚ ਕਨਵਰਟ ਕਰਨਾ ਤੇ ਉਹਦਾ ਜਿਹੜਾ ਮੈਥਡ ਸੀਗਾ ਉਹ ਚ ਅਸੀਂ ਵਰਡ ਯੂਜ਼ ਕੀਤੇ ਸੀਗੇ ਕਿ ਗੈਲਵੈਨੋਮੀਟਰ ਦੇ ਨਾਲ ਪੈਰਲਲ ਚ ਇੱਕ ਲੋ ਵੈਲਿਊ ਰੈਜ਼ਿਸਟੈਂਸ ਅਟੈਚ ਕਰ ਦਿਓ ਜਿਹੜੀ ਓਵਰਆਲ ਤੁਹਾਡੇ ਪੂਰੇ ਸਰਕਟ ਦੀ ਰੈਜ਼ਿਸਟੈਂਸ ਨੂੰ ਰਿਡਿਊਸ ਕਰ ਦਿੰਦੀ। ਤੇ ਫਿਰ ਜਿਹੜੀ ਲੋ ਵੈਲਿਊ ਰੈਜ਼ਿਸਟੈਂਸ ਤੁਸੀਂ ਗੈਲਵੈਨੋਮੀਟਰ ਦੇ ਨਾਲ ਪੈਰਲਲ ਚ ਅਟੈਚ ਕਰੋਗੇ ਉਹਨੂੰ ਅਸੀਂ ਸ਼ੰਟ ਕਹਿੰਦੇ ਆ। ਕਿ ਇੰਨੀ ਗੱਲ ਪਹਿਲਾਂ ਸਮਝ ਲੱਗੀ? Yes, sir. Yes, sir. ਸੋ ਸ਼ੰਟ ਨੂੰ ਜੇ ਡਿਫਾਈਨ ਕਰੀਏ ਤਾਂ ਸ਼ੰਟ ਕੀ ਚੀਜ਼ ਆ, ਪਹਿਲਾਂ ਦੀ ਡੈਫੀਨੇਸ਼ਨ ਆ ਗਈ ਕਿ ਇਟ ਇਜ਼ ਅ ਲੋ ਰੈਜ਼ਿਸਟੈਂਸ ਡਿਵਾਈਸ which is always connected in parallel with the galvanometer। ठीक है। और कल भी क्या सी फिर रिपीट कर रहे हैं, शंट कदी भी सीरीज दे विच अटैच नहीं करते क्योंकि सीरीज दे विच एज सच किसी रजिस्टर नाल लो वैल्यू रेजिस्टेंस अटैच करने की कोई एडवांटेज नहीं आती, इसलिए शंट का यूज हमेशा पैरेलल च ही आना। ਤੇ ਆਪਾਂ ਇਹਨੂੰ ਸ਼ੋ ਆਫ ਕਰਨ ਲੱਗੇ ਕਹਿੰਦਾ ਜੀ ਸ਼ੰਟ ਜਦੋਂ ਗੈਲਵੈਨੋਮੀਟਰ ਨੂੰ ਐਮਮੀਟਰ ਚ ਬਦਲਦੀ ਆ ਹਨਾ ਤੇ ਉਹਦਾ ਪੁੱਤ ਮੈਥਡ ਕੀ ਆ। ਪਹਿਲਾਂ ਆਪਾਂ ਸ਼ੰਟ ਦੀ ਵੈਲਿਊ ਨਾਲ ਗੱਲ ਸ਼ੁਰੂ ਕਰਦੇ ਕਿ ਤੁਹਾਡੇ ਕੋਲ ਇੱਕ ਗੈਲਵੈਨੋਮੀਟਰ ਗਿਵਨ ਆ, ਤੁਹਾਡੇ ਕੋਲ ਇੱਕ ਗੈਲਵੈਨੋਮੀਟਰ ਗਿਵਨ ਆ। ਠੀਕ ਹੈ। ਇਸ ਗੈਲਵੈਨੋਮੀਟਰ ਦੇ ਅਕ੍ਰੋਸ ਤੁਸੀਂ ਜਿਹੜਾ ਕਰੰਟ ਪਾਸ ਕਰਾਣੇ ਪਏ ਉਹ ਮੰਨ ਲਓ IG ਆ। IG वर्ड समझने वाले थोड़े IG वर्ड उन्हें किधर यूज करना, वो कहना जी करंट मेजर्ड बाय गैल्वेनोमीटर फॉर फुल स्केल डिफ्लेक्शन। मैं एक वर्ड बोलदा पिया IG इथे किनु डिफाइन कर रहे हैं ਆਪਾਂ, करंट measured by the galvanometer for full scale deflection। for full scale deflection, full scale deflection word ਦਾ ਮਤਲਬ ਇਹ ਆ ਕਿ ਗੈਲਵੈਨੋਮੀਟਰ ਜਿੰਨਾ ਮੈਕਸਿਮਮ ਕਰੰਟ ਮੇਜਰ ਕਰ ਸਕਦਾ। ਜਦੋਂ ਆਪਾਂ ਆ ਸ਼ੋ ਆਫ ਕਰੀਏ ਕਿ ਐਸ ਸੱਚ ਇੱਕ ਗੈਲਵੈਨੋਮੀਟਰ ਆ ਉਹਦਾ 0 ਐਂਪੀਅਰ ਦਾ ਪੁਆਇੰਟ ਆ। ਠੀਕ ਹੈ। ਤੇ ਇੱਥੇ ਮੰਨ ਲਓ ਉਹਦਾ 5 ਐਂਪੀਅਰ ਦਾ ਪੁਆਇੰਟ ਆ। ਹੁਣ ਇਹ ਮਤਲਬ ਗੈਲਵੈਨੋਮੀਟਰ ਜਿਹੜਾ ਮੈਕਸਿਮਮ ਕਰੰਟ ਮੇਜਰ ਕਰ ਸਕਦਾ ਉਹ 5 ਐਂਪੀਅਰ ਹੋਏਗਾ ਬੇਟਾ। Yes, sir. Yes, sir. ਇਸ ਵੇਲੇ ਇਹਦਾ 5 ਐਂਪੀਅਰ ਕਰੰਟ ਆ ਨਾ, ਇਹਨੂੰ ਅਸੀਂ ਕਹਿੰਦੇ ਇਹ ਫੁੱਲ ਸਕੇਲ ਡਿਫਲੈਕਸ਼ਨ ਤੇ ਨੋਟ ਹੋਣ ਵਾਲਾ ਕਰੰਟ ਆ। ਇਹਨੂੰ ਅਸੀਂ IG ਦਾ ਸਿੰਬਲ ਦਿੰਦੇ ਆ। ਸੋ IG ਇਜ਼ ਦਾ ਮੈਕਸਿਮਮ ਕਰੰਟ ਮੇਜ਼ਰਡ ਬਾਈ ਦਾ ਗੈਲਵੈਨੋਮੀਟਰ। ਉਹ ਕਹਿੰਦਾ ਕਿ ਵੀ ਹੁਣ ਇਹਦੇ ਅੰਦਰ ਅਸੀਂ ਜੇ ਕਿਉਂ ਗੱਲ ਕਰੀਏ, ਠੀਕ ਹੈ, ਇਸੇ ਵੇ ਨਾਲ ਦੂਜੇ ਪਾਸੇ ਵੀ ਇੱਥੇ ਦਿਖਾ ਦਿਓ 5 ਐਂਪੀਅਰ ਲਿਖ ਕੇ, ਇੱਥੇ ਮੰਨ ਲਓ ਆ ਲਾਈਨਾਂ ਲੱਗੀਆਂ, ਆ ਜਿਹੜੀਆਂ ਲਾਈਨਾਂ ਲਗਾਉਣਾ ਪਿਆ ਇਹਨੂੰ ਅਸੀਂ ਕਹਿੰਦੇ ਨੰਬਰ ਆਫ ਸਕੇਲ ਡਿਵੀਜ਼ਨ। ਸਕੇਲ ਨੂੰ ਡਿਵਾਈਡ ਕਰਨ ਵਾਲੀਆਂ ਕਿੰਨੀਆਂ ਡਿਵੀਜ਼ਨ ਨੇ ਉਹਨੂੰ ਅਸੀਂ n ਮੰਨਦੇ ਆ, ਯਾਨੀ ਕਿ ਸੈਕੰਡ ਵੇਰੀਏਬਲ ਲਿਖਦਾ ਪਿਆ n ਹੋਏਗਾ। n ਨੂੰ ਅਸੀਂ ਨਾਮ ਦਿੰਦੇ ਆ ਨੰਬਰ ਆਫ ਸਕੇਲ ਡਿਵੀਜ਼ਨ। ਨੰਬਰ ਆਫ ਸਕੇਲ ਡਿਵੀਜ਼ਨ ਦਾ ਮਤਲਬ ਆ ਕਿੰਨੀਆਂ ਨੰਬਰ ਆਫ ਲਾਈਨਸ ਆ ਤੇ ਇੱਕ ਲਾਈਨ ਦੀ ਰੀਡਿੰਗ ਕਿੰਨੀ ਆ। ਇੱਕ ਲਾਈਨ ਤੇ ਜਦੋਂ ਫਸਟ ਲਾਈਨ ਤੇ ਪੁਆਇੰਟਰ ਆਇਆ ਉਹ ਕਿੰਨਾ ਮੇਜਰ ਕਰਦਾ, ਯਾਨੀ ਐਸੇ ਤੁਹਾਡੇ ਗਿਵਨ ਡਿਵਾਈਸ ਦਾ ਲੀਸਟ ਕਾਊਂਟ। ਤੇ ਲੀਸਟ ਕਾਊਂਟ ਦੀ ਥਾਂ ਤੇ ਇੱਥੇ ਜਿਹੜਾ ਵਰਡ ਯੂਜ਼ ਹੁੰਦਾ, ਠੀਕ ਹੈ, ਉਹਦਾ ਸਿੰਬਲ ਕੀ ਆ ਤੇ ਇਹਨੂੰ ਅਸੀਂ ਨਾਮ ਦਿੰਦੇ ਇਟ ਇਜ਼ ਕਾਲਡ ਐਜ਼ ਅ ਫਿਗਰ ਆਫ ਮੈਰਿਟ। ਇਹਦੇ ਲਈ ਜਿਹੜਾ ਐਸ ਸੱਚ ਤੁਹਾਡੇ ਡਿਵਾਈਸ ਦਾ ਲੀਸਟ ਕਾਊਂਟ ਆ ਉਹਨੂੰ ਅਸੀਂ ਇੱਥੇ ਵਰਡ ਦਿੰਦੇ ਆ ਫਿਗਰ ਆਫ ਮੈਰਿਟ। ਕਿਆ ਆ ਤਿੰਨ ਟਰਮ ਸਮਝ ਆਈਆਂ? Yes, sir. Yes, sir.
ਹੁਣ ਜੇ ਮੈਨੂੰ ਇਹ ਪਤਾ ਹੋਵੇ ਕਿ ਵੀ ਮੰਨ ਲਓ ਇਹਦੇ ਅੰਦਰ ਆਪਾਂ ਉਦਾਂ ਅਸਿਊਮ ਕਰ ਲੈਣੇ ਕਿ 5 ਲਾਈਨ ਟੋਟਲ ਆ ਤੇ ਮੈਂ ਜਦੋਂ ਪੁਆਇੰਟਰ ਫਰਸਟ ਲਾਈਨ ਤੇ ਮੈਂ ਕਿਹਾ ਵੀ 1 ਐਂਪੀਅਰ ਆ ਹਨਾ ਇਹਦਾ ਮਤਲਬ ਇਹਨੂੰ ਜੇ ਇਹ ਪਤਾ ਹੋਵੇ ਡਿਵਾਈਸ ਦਾ ਲੀਸਟ ਕਾਊਂਟ ਯਾਨੀ ਫਿਗਰ ਆਫ ਮੈਰਿਟ ਕਿੰਨਾ ਉਹਨੂੰ ਇਹਦੀਆਂ ਨੰਬਰ ਆਫ ਡਿਵੀਜ਼ਨ ਦੇ ਨਾਲ ਮੈਂ ਮਲਟੀਪਲਾਈ ਕਰ ਦਵਾਂ ਤੇ ਮੇਰਾ ਗੈਲਵੇਨੋਮੀਟਰ ਦਾ ਟੋਟਲ ਕਰੰਟ ਆ ਜਾਊ Yes. Yes, sir. ਠੀਕ ਆ ਇਸ ਲਾਈਨ ਨੂੰ ਜੋ ਬੋਲਿਆ ਇਹਨੂੰ ਆਪਾਂ ਇਦਾਂ ਲਿਖੀਏ ਤੇ ਹੇਅਰ ਆਪਾਂ ਇਹਨੂੰ ਆ ਡਿਫਾਈਨ ਕਰਦੇ ਹਾਂ IG ਜਿਹੜਾ ਕਿ ਗੈਲਵੇਨੋਮੀਟਰ ਦਾ ਮੈਕਸਿਮਮ ਕਰੰਟ ਆ ਇਟ ਇਜ਼ ਇਕੁਅਲ ਟੂ n ਟਾਈਮ k ਮਤਲਬ ਨੰਬਰ ਆਫ ਡਿਵੀਜ਼ਨ ਕਿੰਨੀਆਂ ਇਨਟੂ ਕਹਿੰਦਾ ਜੀ ਰੀਡਿੰਗ ਆਫ ਕਰੰਟ ਬਾਈ ਕਹਿੰਦਾ ਜੀ 1 ਲਾਈਨ ਇੱਕ ਲਾਈਨ ਦੀ ਰੀਡਿੰਗ ਕਿੰਨੀ ਉਹਨੂੰ ਨੰਬਰ ਆਫ ਡਿਵੀਜ਼ਨ ਨਾਲ ਮਲਟੀਪਲਾਈ ਕਰੋ ਇਹ ਮੇਰਾ IG ਆਜੂ ਕਲੀਅਰ ਹੈ ਨੀ ਗੱਲ Yes. Yes, sir. ਚਲ ਹੁਣ ਇੱਥੇ ਤੱਕ ਦੀ ਗੱਲ ਜਿਹੜੇ ਵੇਰੀਏਬਲ ਸੀ ਤੇ ਜੋ ਆਪਾਂ ਲਿਖਿਆ ਉਹਦੀ ਗੱਲ ਆ ਗਈ ਬੇਟਾ ਹੁਣ ਅੱਗੇ ਗੱਲ ਕੰਟੀਨਿਊ ਕਰ ਰਿਹਾ ਉਹ ਕਹਿੰਦਾ ਕਿ ਜੇ ਇਸ ਗੈਲਵੇਨੋਮੀਟਰ ਦੇ ਨਾਲ ਮੈਂ ਮੈਕਸਿਮਮ ਕਰੰਟ ਮੇਜਰ ਕਰਨਾ ਤੇ ਇਹ IG ਤੋਂ ਵੱਧ ਕਰੰਟ ਮੇਜਰ ਨਹੀਂ ਕਰਦਾ ਮੰਨ ਲਓ IG 5 ਐਂਪੀਅਰ ਆ ਤੁਸੀਂ ਪਰ ਚਾਂਸ ਇਹਦੇ ਵਿੱਚ ਇਸ ਵੇਲੇ 8 ਐਂਪੀਅਰ ਕਰੰਟ ਸੈਂਡ ਕਰਤਾ ਕੀ ਹੋਏਗਾ ਗੈਲਵੇਨੋਮੀਟਰ ਨੂੰ ਓਏ ਗੱਲ ਸਮਝ ਲੱਗਦੀ ਵੀ ਉਹ ਪੁੱਤਰ ਆਵਾਜ਼ ਆ ਰਹੀ ਮੇਰੀ ਸਹੀ Yes, sir. जी सर Yes. ਵੀਡੀਓ ਕਲੀਅਰ ਆ यस सर Yes, sir. ਫਿਰ ਰਿਸਪੌਂਡ ਕਰੂੰਗੇ ਬਿਨਾਂ ਰਿਸਪੌਂਡ ਤੋਂ ਨਹੀਂ ਪੜੂੰਗੇ IG ਆਪਣੇ ਕੋਲ ਜੇ ਆਪਾਂ ਮੰਨਦੇ ਪਏ ਕਿ ਵੀ 5 ਐਂਪੀਅਰ ਹੋਵੇ ਤੇ ਤੁਸੀਂ ਇਸ ਵੇਲੇ ਸਰਕਟ ਦੇ ਵਿੱਚ ਇਸ ਗੈਲਵੇਨੋਮੀਟਰ 'ਚ 10 ਐਂਪੀਅਰ ਕਰੰਟ ਸੈਂਡ ਕਰ ਦਿਓ ਕੀ ਹੋਏਗਾ ਕੋਈ ਵੀ ਨਹੀਂ ਤੁਹਾਡੇ ਘਰ LED ਲੱਗੀ ਹੋਈ ਆ ਉਹਨੂੰ ਮੇਨ ਪਲੱਗ ਤੋਂ 2 ਐਂਪੀਅਰ ਕਰੰਟ ਆ ਰਿਹਾ ਪਰ ਚਾਂਸ ਪਿੱਛੋਂ ਵੋਲਟੇਜ ਵਧੀ ਕਰੰਟ 2 ਦੀ ਥਾਂ ਤੇ 4 ਐਂਪੀਅਰ ਆ ਗਿਆ ਕੀ ਹੋਊਗਾ Short सर्किट ਸ਼ਾਰਟ ਸਰਕਟ ਹੋਰ ਹੁੰਦਾ ਵੈਸੇ ਵਰਡ ਆਪਾਂ ਇਹ ਕਹਿ ਸਕਦੇ ਹਾਂ ਅਭਿਜੀਤ ਜੀ ਬਿਲਕੁਲ ਸਹੀ ਲਿਖਿਆ ਤੁਸੀਂ ਪਟਾਕਾ ਪੈ ਜਾਊਗਾ ਨਾ ਪਰ ਉਹ ਕਿਉਂ ਪਿਆ ਤੇ ਬੇਸਿਕਲੀ ਅਸੀਂ ਇਹ ਕਹਿੰਦੇ ਕਿ ਡਿਵਾਈਸ ਦੀ ਜਿੰਨੀ ਕਰੰਟ ਰੇਟਿੰਗ ਆ ਜੇ ਡਿਵਾਈਸ ਦੀ ਕਰੰਟ ਰੇਟਿੰਗ 5 ਆਪਣੀ 2 ਐਂਪੀਅਰ ਆ ਤੇ ਅਸੀਂ ਕਰੰਟ ਉਹਨੂੰ 2 ਐਂਪੀਅਰ ਤੋਂ ਜ਼ਿਆਦਾ ਭੇਜਾਂਗੇ ਤੇ ਉਹਨੇ ਡੈਮੇਜ ਹੋ ਜਾਣਾ ਹੁਣ ਆਪਾਂ ਸਿੰਪਲ ਜੀ ਇੱਕ ਗੱਲ ਕਹਿੰਦੇ ਕਿ ਵੀ ਆਪਣੇ AC ਦੇ ਨਾਲ ਵੋਲਟ ਮੀਟਰ ਤੇ ਐਮੀਟਰ ਸਟੇਬਲਾਈਜ਼ਰ ਲੱਗਾ ਹੁੰਦਾ ਠੀਕ ਹੈ ਉਹਦੇ ਤੇ ਆਪਾਂ ਨੂੰ ਵੋਲਟੇਜ ਤੇ ਕਰੰਟ ਦੋ ਚੀਜ਼ਾਂ ਦੇਖਦੀਆਂ ਪਈਆਂ ਪਰ ਚਾਂਸ ਪਿੱਛੋਂ ਵੋਲਟੇਜ ਵੱਧ ਗਈ ਤੇ ਜਿਹੜਾ ਉਹਦਾ ਪੁਆਇੰਟਰ ਆ ਉਹ ਚੁੱਕ ਕੇ ਐਂਡ ਤੇ ਜਾ ਕੇ ਵੱਜੂਗਾ ਤੇ ਮਤਲਬ ਉਹ ਨੀਡਲ ਜਿਹੜੀ ਤੁਹਾਨੂੰ ਪੁਆਇੰਟਰ ਦਿਖਦਾ ਪਿਆ ਉਹਨੇ ਐਸ ਤੁਹਾਡੀ ਸਕੇਲ ਦੇ ਐਂਡ ਪੁਆਇੰਟ ਤੇ ਜਾ ਕੇ ਹਿੱਟ ਕਰਨਾ ਜ਼ੋਰ ਦੀ ਉਹ ਨੀਡਲ ਟੁੱਟ ਜਾਂਦੀ ਕਈ ਵਾਰੀ ਅੰਦਰੋਂ ਇਹਦਾ ਮਤਲਬ ਆ ਵੋਲਟ ਮੀਟਰ ਜਾਂ ਐਮੀਟਰ ਡੈਮੇਜ ਹੋ ਜਾਂਦਾ ਉਹੀ ਵਰਡ ਇੱਥੇ ਵੀ ਲੈ ਰਹੇ ਕਿ ਜੇ ਇਸ ਗੈਲਵੇਨੋਮੀਟਰ ਨੂੰ ਤੁਸੀਂ IG ਕਰੰਟ ਸੈਂਡ ਕਰਦੇ ਤੇ IG ਇਹਦੀ ਮੈਕਸਿਮਮ ਕਰੰਟ ਰੇਟਿੰਗ ਆ ਜਿੱਥੇ ਤੱਕ ਇਹ ਕਰੰਟ ਮੇਜਰ ਕਰਦਾ ਤੇ ਜੇ ਮੈਂ ਕਰੰਟ ਐਸਐਚ ਇਸ ਤੋਂ ਜ਼ਿਆਦਾ ਦਾ ਭੇਜ ਦਵਾਂ ਕੀ ਡਿਵਾਈਸ ਮੇਰਾ ਡੈਮੇਜ ਹੋ ਜੂ यस सर ਇਹੀ ਵਰਡ ਲੈ ਕੇ ਅਸੀਂ ਜੇ ਇਦਾਂ ਕਰੀਏ ਕਿ ਵੀ ਜੇ ਮੈਂ ਇਸ ਵੇਲੇ I ਐਂਪੀਅਰ ਕਰੰਟ ਭੇਜਾਂ ਔਰ I IG ਤੋਂ ਗ੍ਰੇਟਰ ਮੰਨ ਰਿਹਾ ਤੇ ਅਸੀਂ ਕਹਿੰਦੇ ਜੀ ਉਹਨੇ ਗੈਲਵੇਨੋਮੀਟਰ ਨੂੰ ਡੈਮੇਜ ਕਰ ਦੇ ਪਰ ਜੇ ਇਹਦੀ ਜਗ੍ਹਾ ਤੇ ਆਪਾਂ ਇਦਾਂ ਕਰੀਏ ਕਿ ਵੀ ਆ ਮੇਰੇ ਕੋਲ ਗੈਲਵੇਨੋਮੀਟਰ ਗਿਵਨ ਆ ਇਸ ਗੈਲਵੇਨੋਮੀਟਰ ਦੇ ਨਾਲ ਮੈਂ ਕੀ ਕੀਤਾ ਇੱਕ ਪੈਰਲਲ ਦੇ ਵਿੱਚ ਡਿਵਾਈਸ ਲਾਤਾ ਰੈਜ਼ਿਸਟਰ ਲਾਤੀ ਜਿਹਨੂੰ ਅਸੀਂ ਸ਼ੰਟ ਕਹਿੰਦੇ ਪਏ ਠੀਕ ਹੈ ਜਦੋਂ ਇਹਨਾਂ ਨਾਲ ਸ਼ੰਟ ਅਟੈਚ ਕੀਤੀ ਔਰ ਇਸ ਤੋਂ ਬਾਅਦ ਇਸ ਕੰਬੀਨੇਸ਼ਨ ਦੇ ਅੰਦਰ ਆ ਡਾਟਡ ਲਾਈਨ ਜਿਹੜਾ ਸਾਰਾ ਅਰੇਂਜਮੈਂਟ ਬਣਾਉਣਾ ਪਿਆ ਠੀਕ ਹੈ ਜੀ ਇਸ ਅਰੇਂਜਮੈਂਟ 'ਚ ਜੇ ਮੈਂ ਹੁਣ I ਐਂਪੀਅਰ ਕਰੰਟ ਸੈਂਡ ਕਰਾਂ ਜੇ ਮੈਂ ਇਸ ਵੇਲੇ ਤੇ I ਐਂਪੀਅਰ ਕਰੰਟ ਸੈਂਡ ਕਰਾਂ ਔਰ I ਦੀ ਵੈਲਿਊ IG ਤੋਂ ਗ੍ਰੇਟਰ ਰੱਖ ਕੇ ਚੱਲਾਂ ਯਾਨੀ ਜਿਹੜਾ ਕਰੰਟ ਤੁਸੀਂ ਇਸ ਵੇਲੇ ਇਸ ਅਰੇਂਜਮੈਂਟ 'ਚ ਭੇਜਣ ਲੱਗੇ ਉਹ I ਐਂਪੀਅਰ ਔਰ I ਐਂਪੀਅਰ ਕਰੰਟ ਭੇਜਣ ਤੋਂ ਬਾਅਦ ਮੈਂ ਨੋਟਿਸ ਕੀਤਾ ਕਿ ਮੇਰਾ ਇਹ ਡਿਵਾਈਸ ਨਹੀਂ ਡੈਮੇਜ ਹੋਇਆ ਇਹਦਾ ਮਤਲਬ ਆ ਕਿ ਵੀ ਇਸ ਡਿਵਾਈਸ ਦੇ ਥਰੂ I ਐਂਪੀਅਰ ਕਰੰਟ ਪਾਸ ਹੋ ਗਿਆ ਤੇ ਜੇ ਇਹਦੇ ਵਿੱਚੋਂ I ਐਂਪੀਅਰ ਕਰੰਟ ਪਾਸ ਹੋ ਗਿਆ ਇਹਦਾ ਮਤਲਬ ਗੈਲਵੇਨੋਮੀਟਰ ਦੇ ਨਾਲ ਜਦੋਂ ਸ਼ੰਟ ਲਗਾ ਦਿੱਤੀ ਤੇ ਇਸ ਕੰਬੀਨੇਸ਼ਨ ਨੇ ਨਾਰਮਲ ਜਿੰਨਾ ਅੱਗੇ ਗੈਲਵੇਨੋਮੀਟਰ ਕਰੰਟ ਮੇਜਰ ਕਰਦਾ ਸੀ ਹੁਣ ਇਸ ਕੰਬੀਨੇਸ਼ਨ ਨੇ ਉਸ ਤੋਂ ਜ਼ਿਆਦਾ ਕਰੰਟ ਮੇਜਰ ਕੀਤਾ Yes, sir. Yes, sir. यस सर ਗੱਲ ਸਮਝ ਲੱਗਦੀ ਪਈ Yes, sir. यस सर ਇਸ ਨੂੰ ਬਹੁਤ ਭੈੜਾ ਕਰਦੇ ਹੋ ਤੁਸੀਂ ਹਨਾ
ਚਲੋ ਹੁਣ ਸਮਝੋ ਬੁੱਤ ਮੈਂ ਐਕਟਿਵ ਤੁਸੀਂ ਜਿੰਨੇ ਐਕਟਿਵਲੀ ਪਾਰਟਿਸਿਪੇਟ ਕਰੋਗੇ ਉਨਾ ਹੀ ਮੈਨੂੰ ਖਰਾ ਲੱਗਦਾ। ਆਪਾਂ ਇਹ ਕਿਹਾ ਇਮਲ ਜੇ ਹੁਣ ਆਈ ਐਂਪੀਅਰ ਕਰਨ ਹੁਣ ਗੱਲ ਜਿਹੜੀ ਸਮਝਣ ਵਾਲੀ ਉਹ ਸਮਝੋ ਧਿਆਨ ਨਾਲ ਕੀ ਆ। ਇਹਦਾ ਮਤਲਬ ਜੇ ਹੁਣ ਮੈਂ ਆਈ ਕਰੰਟ ਸੈਂਡ ਕੀਤਾ ਇਹਦੇ ਵਿੱਚ ਜਦੋਂ ਕਰੰਟ ਨੋਟ ਕਰਦੇ ਨਾ ਤੇ ਕਰੰਟ ਨੋਟ ਗਲਵੈਨੋਮੀਟਰ ਦੇ ਥਰੂ ਹੀ ਹੁੰਦਾ। ਸ਼ੰਟ ਪੈਰਲਲ ਚ ਲਗਾਉਣ ਦੇ ਨਾਲ ਫਰਕ ਕੀ ਪਿਆ ਕਿ ਜਦੋਂ ਹੁਣ ਇਹਦੇ ਵਿੱਚ ਕਰੰਟ ਸੈਂਡ ਕਰਾਂਗਾ ਇਸ ਪੁਆਇੰਟ ਤੇ ਆ ਕੇ ਕਰੰਟ ਦੋ ਪਾਰਟ ਚ ਡਿਵਾਈਡ ਹੋ ਗਿਆ। ਇਸ ਆਰਮ ਚ ਚਲਾ ਗਿਆ IG, इस आर्म च चला गया IG ਤੇ ਲੋਅਰ ਪਾਰਟ ਚ ਚਲਾ ਗਿਆ I ਮਾਈਨਸ IG ਜਿਹਨੂੰ ਅਸੀਂ IS ਵੀ ਕਹਿ ਦਿੰਦੇ। ਗੱਲ ਸਮਝ ਲੱਗ ਗਈ ਨਹੀਂ? Yes, sir. Yes, sir. ਹੁਣ ਆਪਾਂ ਨੂੰ ਇੱਕ ਪ੍ਰੋਪਰਟੀ ਪਤਾ, ਆਪਾਂ ਨੂੰ ਇੱਕ ਇੱਥੇ ਪ੍ਰੋਪਰਟੀ ਪਤਾ ਪੈਰਲਲ ਦੀ ਕਿ ਵੀ ਪੈਰਲਲ ਚ ਵੋਲਟੇਜ ਸੇਮ ਹੁੰਦੀ ਹੈ। ਇਹਦਾ ਮਤਲਬ ਜਿੰਨੀ ਵੋਲਟੇਜ ਆ A ਤੇ B ਟਰਮੀਨਲ ਦੇ ਅਕ੍ਰੋਸ, ਠੀਕ ਹੈ ਜੀ, ਇਸ ਗਲਵੈਨੋਮੀਟਰ ਦੇ ਅਕ੍ਰੋਸ ਹੋਏਗੀ ਉਨੀ ਹੀ ਵੋਲਟੇਜ ਮੇਰੀ ਇਹਦੇ ਕ੍ਰਾਸ ਹੋਊਗੀ। ਤੇ ਜੇ ਮੈਂ ਵੋਲਟੇਜ ਦੀ ਵੈਲਿਊ ਦੋਨਾਂ ਚ ਇਕੁਏਟ ਕਰ ਦਵਾਂ ਤੇ ਆਪਣੇ ਕੋਲ ਕੀ ਆ ਜਾਊ? we know that VAB, ਠੀਕ ਆ, VAB ਦੀ ਇੱਕ ਵੈਲਿਊ IG into G ਤੋਂ ਬਣਾ ਦਾਂਗੇ ਤੇ ਇੱਕ ਪਾਸੇ VAB ਦੀ ਵੈਲਿਊ I minus IG into S ਤੋਂ ਬਣਾ ਦਾਂਗੇ। ਤੇ ਆਪਣੇ ਕੁਐਸਚਨ ਦੀ ਕੰਡੀਸ਼ਨ ਦੇ ਅਕੋਰਡਿੰਗਲੀ ਆਪਾਂ ਜੇ ਦੀ ਐਸ ਚ ਕੰਡੀਸ਼ਨ ਇਹ ਲਿਖੇ ਕਿ ਦੋਨੋਂ ਵਾਰੀ ਵੋਲਟੇਜ ਜਿਹੜੀ ਆ ਗਲਵੈਨੋ ਚ ਆਵੇ ਜਾਂ ਸ਼ੰਟ ਚ ਆਵੇ ਉਹ ਸੇਮ ਆ ਤੇ देयरफॉर ਆਪਣੇ ਕੋਲ ਕੰਡੀਸ਼ਨ ਆ ਗਈ IG into G equal to I minus IG into S। ਤੇ ਬੇਟਾ ਇੱਥੋਂ ਤੁਸੀਂ S ਦੀ ਵੈਲਿਊ ਕੱਢ ਸਕਦੇ ਹੋ। S ਆ ਜਾਏਗਾ ਮੇਰੇ ਕੋਲ देयरफॉर S equal to IG into G over I minus IG। ਆ ਮੇਰੇ ਕੋਲ ਇੱਕ ਫਾਰਮੂਲਾ ਆ ਗਿਆ ਕਿ ਵੀ ਤੁਸੀਂ ਸਰਕਟ ਦੇ ਅੰਦਰ ਜਦੋਂ ਗਲਵੈਨੋਮੀਟਰ ਨੂੰ ਐਮੀਟਰ ਚ ਚੇਂਜ ਕਰਨਾ ਤੇ ਅਸੀਂ ਸ਼ੰਟ ਕਿੰਨੇ ਓਮ ਦੀ ਲਗਾਣੀ ਆ ਉਹ ਡਿਪੈਂਡ ਕਰੇਗਾ। ਗਲਵੈਨੋਮੀਟਰ ओरिजिनली ਕਰੰਟ ਕਿੰਨਾ ਮੇਜਰ ਕਰਦਾ ਸੀ, ਗਲਵੈਨੋਮੀਟਰ ਦੀ ਆਪਣੀ ਰੈਜ਼ਿਸਟੈਂਸ ਕਿੰਨੀ ਆ ਤੇ ਜਿਹੜਾ ਨਵਾਂ ਕਰੰਟ ਗਲਵੈਨੋਮੀਟਰ ਤੋਂ ਅਸੀਂ ਮੇਜਰ ਕਰਾਣਾ ਹਨਾ ਉਹ ਮੇਰੇ ਕੋਲ ਕਿੰਨਾ। मान लो गलवैनोमीटर ਦੀ ਰੈਜ਼ਿਸਟੈਂਸ 100 ਓਮ ਆ, ਗਲਵੈਨੋ ਦਾ ਆਪਣਾ ਕਰੰਟ 5 ਐਂਪੀਅਰ ਆ ਤੇ ਮੈਂ ਇਹਨੂੰ 10 ਐਂਪੀਅਰ ਵਾਲਾ ਡਿਵਾਈਸ ਬਣਾਣਾ, ਯਾਨੀ I ਦੀ ਵੈਲਿਊ 10 ਹੋਗੀ, IG ਮੇਰਾ 5 ਹੋ ਗਿਆ, ਗਲਵੈਨੋਮੀਟਰ ਦੀ ਰੈਜ਼ਿਸਟੈਂਸ ਆਪਾਂ 100 ਮੰਨ ਲਈ। ਉਹ ਵੈਲਿਊ ਪੁੱਟ ਕਰਕੇ ਤੁਸੀਂ ਇਹ ਕੈਲਕੂਲੇਟ ਕਰ ਪਾਓਗੇ ਕਿ ਵੀ ਸ਼ੰਟ ਕਿੰਨੇ ਓਮ ਦੀ ਅਟੈਚ ਕਰਨੀ ਆ। क्या ਇੰਨੀ ਗੱਲ ਕਲੀਅਰ ਹੈ ਪਹਿਲਾਂ? Yes, sir. Yes, sir. Yes, sir. Yes, sir. ਚਲ ਦੂਜੀ ਚੀਜ਼ ਇਸ ਤੋਂ ਬਾਅਦ ਨਾਲ ਹੀ ਹੋਰ ਕਰਨ ਲੱਗੇ। ਹੁਣ ਇਹ ਪੂਰਾ ਜਿਹੜਾ ਅਰੇਂਜਮੈਂਟ ਬਣਿਆ ਕਹਿੰਦਾ ਜੀ ਜਿਹਦੇ ਨਾਲ ਅਸੀਂ ਐਸਐਚ ਜਿਹੜਾ ਕਰੰਟ ਮੇਜਰ ਹੁਣ ਕਰਦੇ ਪਏ ਉਹ I ਐਂਪੀਅਰ ਆ ਗਿਆ ਤੇ ਜਦੋਂ ਇਸ ਡਿਵਾਈਸ ਨਾਲ ਤੁਸੀਂ I ਐਂਪੀਅਰ ਕਰੰਟ ਮੇਜਰ ਕਰਦੇ ਹੋ ਹਨਾ, ਆਹ ਰਿਲੇਸ਼ਨ ਜਿਹੜਾ ਅਸੀਂ ਲਿਖਿਆ ਸੀ IG equal to N time K। ਸਿਮਿਲਰਲੀ ਆਪਾਂ ਇੱਥੇ ਜੇ ਕੰਡੀਸ਼ਨ ਦੁਬਾਰਾ ਲਿਖੀਏ also I equal to N into K dash। ਹੁਣ ਆ ਸਟੈਪ ਤੁਹਾਡੇ ਸਮਝਣ ਵਾਲਾ ਵਾ ਬੇਟਾ, ਠੀਕ ਹੈ। I equal to N into K dash ਕਹਿੰਦਾ ਵੀ ਇਹ ਕੀ ਚੀਜ਼ ਬਣੀ। ਤੇ ਬੇਟੇ ਆਪਾਂ ਜੇ ਹੁਣ ਇੰਨੀ ਗੱਲ ਕਰੀਏ ਕਿ ਵੀ ਜਿਹੜਾ ਕਰੰਟ ਤੁਸੀਂ ਨਵਾਂ ਵੀ ਮੇਜਰ ਕਰਦੇ ਹੋ ਜਦੋਂ ਗਲਵੈਨੋਮੀਟਰ ਐਮੀਟਰ ਚ ਬਦਲ ਗਿਆ ਨਾ ਤੇ ਜਿਹੜਾ ਕਰੰਟ ਦੀ ਰੀਡਿੰਗ ਆ ਉਹ ਆਹੀ ਗਲਵੈਨੋਮੀਟਰ ਦੇ ਅੰਦਰ ਜਿਹੜੀ ਸਕੇਲ ਬਣੀ ਉਹਦੇ ਨਾਲ ਹੀ ਮੇਜਰ ਹੁੰਦਾ ਪਿਆ। ਲਾਈਨ ਸਮਝਿਓ, ਮੈਂ ਬਾਰ-ਬਾਰ ਕਹਿ ਰਿਹਾ ਤੁਸੀਂ ਜਦੋਂ ਪ੍ਰੈਕਟੀਕਲ ਕਰੋਗੇ, ਠੀਕ ਹੈ ਜੀ, ਜਦੋਂ ਕਿਤੇ ਪ੍ਰੈਕਟੀਕਲ ਹੋਊਗੇ ਤੇ ਇੱਕ ਪ੍ਰੈਕਟੀਕਲ ਤੁਹਾਡੇ ਕੋਲ ਆਂਦਾ, ਠੀਕ ਹੈ, ਫਾਰਵਰਡ ਬਾਇਸਿੰਗ ਤੇ ਰਿਵਰਸ ਬਾਇਸਿੰਗ। ਕੁਝ ਚੀਜ਼ਾਂ ਪੁੱਤ ਦੱਸਣ ਲੱਗਿਆ ਇਹਦੇ ਨਾਲ ਲਿੰਕ ਹੈਗੀਆਂ ਨੇ। ਤੁਸੀਂ ਇੱਕ ਟੌਪਿਕ ਪੜੋਗੇ 9th ਯੂਨਿਟ ਚ ਜਾ ਕੇ ਕਿ ਅਸੀਂ ਜਦੋਂ PN ਡਾਇਓਡ ਨੂੰ, ਸਾਡੇ ਕੋਲ P ਟਾਈਪ ਤੇ N ਟਾਈਪ ਦੋ ਸੈਮੀਕੰਡਕਟਰ ਸੀ ਉਹ ਜੋੜ ਕੇ PN ਡਾਇਓਡ ਬਣਾ ਲੈਣਾ ਤੇ ਜਦੋਂ ਉਸ ਡਾਇਓਡ ਦੇ ਅਕ੍ਰੋਸ ਅਸੀਂ ਬੈਟਰੀ ਲਗਾ ਕੇ ਸਪਲਾਈ ਦਵਾਂਗੇ ਨਾ ਤੇ ਅਸੀਂ ਕਹਿੰਦੇ ਜੀ ਉਹ ਫਾਰਵਰਡ ਤੇ ਰਿਵਰਸ ਬਾਇਸ ਡਾਇਓਡ ਬਣਦੇ ਆ। ਥੋੜਾ ਜਿਹਾ ਆਊਟ ਆਫ ਟੌਪਿਕ ਚੱਲ ਰਿਹਾ, ਠੀਕ ਹੈ ਜੀ, ਗੱਲ ਨੂੰ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰਿਓ। ਤੇ ਜਿਹੜੇ ਉਹ ਫਾਰਵਰਡ ਤੇ ਰਿਵਰਸ ਬਾਇਸ ਡਾਇਓਡ ਦਾ ਟੌਪਿਕ ਹੈ ਨਾ, ਜਦੋਂ ਅਸੀਂ ਇਹਨੂੰ ਪ੍ਰੈਕਟੀਕਲੀ ਕਰਦੇ ਹਾਂ ਐਕਸਪੈਰੀਮੈਂਟਲੀ ਤੇ ਤੁਹਾਡੇ ਕੋਲ ਉੱਥੇ ਕੀ ਹੋਏਗਾ, ਇੱਕ ਬਾਕਸ ਟਾਈਪ ਅਰੇਂਜਮੈਂਟ ਹੋਏਗਾ। ਇਸ ਟਾਈਪ ਨਾਲ ਇਹਦਾ ਮੇਰੇ ਕੋਲ ਇੱਕ ਬਾਕਸ ਟਾਈਪ ਅਰੇਂਜਮੈਂਟ ਹੋਏਗਾ, ਇਹਦੇ ਉੱਤੇ ਦੋ ਮੀਟਰ ਲੱਗੇ ਹੋਏ ਆ, ਇੱਕ ਵੋਲਟ ਮੀਟਰ ਇੱਕ ਐਮ ਮੀਟਰ। ਹੁਣ ਜਦੋਂ ਅਸੀਂ ਫਾਰਵਰਡ ਬਾਇਸਿੰਗ ਕਰਕੇ ਡਿਵਾਈਸ ਦੀ ਚੱਲਣਾ ਉਹ 'ਚ ਮੈਨੂੰ ਵੋਲਟੇਜ ਚਾਹੀਦੀ ਹੁੰਦੀ 3 ਵੋਲਟ, ਠੀਕ ਹੈ, ਤੇ ਕਰੰਟ ਦੀ ਵੈਲਿਊ ਸਿਰਫ 2 ਐਂਪੀਅਰ ਤੱਕ। ਜਦੋਂ ਮੈਂ ਐਸ ਸੱਚ ਰਿਵਰਸ ਬਾਇਸਿੰਗ ਕਰਨੀ ਆ
ਉਦੋਂ ਮੈਨੂੰ ਵੋਲਟੇਜ ਚਾਹੀਦੀ 30 ਵੋਲਟ 30 ਵੋਲਟ ਤੇ ਕਰੰਟ ਜਿਹੜਾ ਉਹ ਮੈਨੂੰ ਚਾਹੀਦਾ 10 ਮਾਈਕਰੋ ਐਂਪੀਅਰ। ਹੁਣ ਐਸ ਸੱਚ ਜਾਂ ਤਾਂ ਮੈਂ ਇਹ ਕਰਾਂ ਜਦੋਂ ਫਾਰਵਰਡ ਬਾਇਸਿੰਗ ਕਰਨੀ ਇੱਥੇ 4 ਮੈਂ ਮੀਟਰ ਲਾਵਾਂ 2 ਵੋਲਟ ਮੀਟਰ 2 ਐਮੀਟਰ। ਜਦੋਂ ਮੈਂ ਫਾਰਵਰਡ ਬਾਇਸਿੰਗ ਕਰਨੀ ਉਦੋਂ ਜਿਹੜਾ ਵੋਲਟ ਤੇ ਐਮੀਟਰ ਵਰਤਣਾ ਉਹ ਵਰਤਾਂ, ਰਿਵਰਸ ਬਾਇਸ ਵੇਲੇ ਦੂਜੇ ਵਰਤ ਲਵਾਂ। ਦੂਜਾ ਇੱਕ ਮੈਥਡ ਹੁੰਦਾ ਕਿ ਉਸੇ ਹੀ ਐਮੀਟਰ ਨੂੰ ਜਿਹਦੇ ਨਾਲ ਤੁਸੀਂ ਪਹਿਲਾਂ ਕਰੰਟ 10 ਐਂਪੀਅਰ ਮੇਜਰ ਕਰ ਰਹੇ ਸੀ, ਹੁਣ ਉਸੇ ਹੀ ਮੀਟਰ ਦੇ ਨਾਲ ਜੇ ਮੈਂ 10 ਮਾਈਕਰੋ ਐਂਪੀਅਰ ਕਰੰਟ ਮੇਜਰ ਕਰਨਾ, ਜਿਹੜਾ ਕਿ ਐਸ ਸੱਚ ਸਿੱਧਾ ਸਿੱਧਾ ਮੇਜਰ ਨਹੀਂ ਹੋ ਸਕਦਾ ਸੀ ਉਹਦੇ ਤੋਂ, ਉੱਥੇ ਕੀ ਹੋਏਗਾ ਇੱਕ ਸਵਿਚ ਲੱਗਿਆ ਹੁੰਦਾ, ਇੱਕ ਸਵਿਚ ਲੱਗਿਆ ਹੁੰਦਾ, ਠੀਕ ਹੈ। ਉਸ ਸਵਿਚ ਨੂੰ ਤੁਸੀਂ ਜਦੋਂ ਮੰਨ ਲਓ ਡਾਊਨ ਕਰ ਦਿੱਤਾ, ਪਹਿਲਾਂ ਸਵਿਚ ਅਪ ਸੀ ਹੁਣ ਅਸੀਂ ਮੰਨ ਲਿਆ ਡਾਊਨ ਕਰਤਾ, ਉਸ ਸਵਿਚ ਦੇ ਅਪ ਡਾਊਨ ਕਰਨਾ ਕਿੱਥੇ ਜਾ ਕੇ ਫਰਕ ਪਿਆ। ਕਹਿੰਦਾ ਜਿਹੜੀ ਸਕੇਲ ਤੁਸੀਂ ਉੱਤੇ ਲੱਗੀ ਦੇਖੋਗੇ ਨਾ ਕਿ ਵੀ ਇੱਥੇ ਸਕੇਲ ਲੱਗੀ ਹੋਈ ਸੀਗੀ, ਉੱਤੇ ਤੁਸੀਂ ਨੋਟ ਕਰੋ, ਇੱਥੇ ਦੱਸਣ ਲੱਗਿਆ ਬੋਰਡ ਤੇ ਕੁਝ, ਉੱਤੇ ਤੁਸੀਂ ਇਦਾਂ ਕਰਕੇ ਨੋਟਿਸ ਕਰੋਗੇ ਕਿ ਜੇ ਆ ਮੇਰਾ ਉਹ ਐਮੀਟਰ ਆ, ਇੱਥੇ ਜਿਹੜੀ ਸਕੇਲ ਲੱਗੀ ਆ, ਇੱਥੇ ਲਿਖਿਆ 0, ਇੱਥੇ ਲਿਖਿਆ ਮੰਨ ਲਓ 10, ਠੀਕ ਹੈ। ਇਹ 0 ਤੋਂ ਲੈ ਕੇ 10 ਐਂਪੀਅਰ ਤੱਕ ਦਾ ਕਰੰਟ ਮੇਜਰ ਕਰਦਾ ਪਿਆ। ਤੇ ਜਦੋਂ ਇਸੇ ਡਿਵਾਈਸ ਦੇ ਨਾਲ ਮੈਂ 10 ਮਾਈਕਰੋ ਐਂਪੀਅਰ ਮੇਜਰ ਕਰਨਾ ਹਨਾ, ਤੇ ਇੱਥੇ ਹੀ ਉਹਨੇ ਐਸ ਸੱਚ ਕੀ ਕੀਤਾ, ਅੱਜ ਤੇ 10 ਐਂਪੀਅਰ ਲਿਖਿਆ, ਇਹਦੇ ਨਾਲ ਹੀ ਅਸੀਂ ਲਿਖਤਾ 10 ਮਾਈਕਰੋ ਐਂਪੀਅਰ ਵੀ। ਇਹਦਾ ਕੀ ਮਤਲਬ ਆ, ਉਹਨੇ ਇੱਥੇ ਡਬਲ ਸਕੇਲ ਬਣਾਈ ਆ, ਇੱਕ ਆਹ ਵਾਲੀ ਸਕੇਲ ਬਣੀ ਹੋਈ ਆ, ਠੀਕ ਹੈ ਜੀ, ਇੱਕ ਇਸ ਤੋਂ ਨੀਚੇ ਹੋਰ ਸਕੇਲ ਬਣੀ ਆ, ਠੀਕ ਆ। ਜਦੋਂ ਅਸੀਂ ਉੱਪਰਲੀ ਸਕੇਲ ਪੜਾਂਗੇ ਮਤਲਬ ਪੁਆਇੰਟਰ ਇੱਥੇ ਆਇਆ, ਪੁਆਇੰਟਰ ਮੰਨ ਲਓ ਆਹ ਪੁਆਇੰਟ ਤੇ ਆਇਆ, ਤੇ ਇਸ ਪੁਆਇੰਟ ਤੇ ਜੇ ਮੈਂ ਉੱਪਰਲੀ ਸਕੇਲ ਪੜਦਾ ਪਿਆ, ਮੰਨ ਲਓ ਮੈਂ ਕਹੂੰਗਾ 3 ਐਂਪੀਅਰ ਦਾ ਕਰੰਟ ਆ, ਤੇ ਜਦੋਂ ਮੈਂ ਇਹੀ ਪੁਆਇੰਟਰ ਥੱਲੇ ਇੱਥੇ ਸਕੇਲ ਤੇ ਪੜਨਾ ਤੇ ਮੈਂ ਕਹੂੰਗਾ 3 ਮਾਈਕਰੋ ਐਂਪੀਅਰ ਦਾ। ਹੁਣ ਉਹੀ ਸਕੇਲ 3 ਐਂਪੀਅਰ ਲਈ ਵੀ ਬਣੀ ਤੇ 3 ਮਾਈਕਰੋ ਲਈ, ਇਹ ਕਿੱਦਾਂ ਪੋਸੀਬਲ ਹੈ ਬੇਟਾ। ਤੇ ਪੁੱਤ ਬੇਸਿਕਲੀ ਕੀ ਹੈਗਾ, ਜਿਹੜਾ ਉਹ ਸਵਿਚ ਅਸੀਂ ਸ਼ਿਫਟ ਕੀਤਾ ਨਾ, ਸਵਿਚ ਦੀ ਸ਼ਿਫਟਿੰਗ ਦੇ ਨਾਲ ਕੀ ਹੋਇਆ ਇੱਥੇ ਦੱਸਣ ਲੱਗਿਆ। ਜਦੋਂ ਤੇ ਤੁਸੀਂ ਐਸ ਸੱਚ ਮੰਨ ਲਓ ਇਸ ਡਿਵਾਈਸ ਨਾਲ, ਠੀਕ ਹੈ ਜੀ, ਕਰੰਟ ਮੇਜਰ ਕਰਦੇ ਪਏ ਸੀ ਪਹਿਲੋਂ IG ਐਂਪੀਅਰ, ਉਦੋਂ ਅਸੀਂ ਕੀ ਕਹਿੰਦੇ ਇੱਥੇ ਜਿਹੜਾ ਸਵਿਚ ਲੱਗਿਆ ਹੋਇਆ ਨਾ, ਅਸੀਂ ਉਹਨੂੰ ਬੰਦ ਕੀਤਾ ਹੋਇਆ। ਜਦੋਂ ਸਵਿਚ ਬੰਦ ਵਾ ਉਹਦਾ ਮਤਲਬ ਆ ਕਿ ਜਿੰਨਾ ਕਰੰਟ ਇਤੋਂ ਆਣਾ ਉਹ ਗਲਵੈਨੋਮੀਟਰ 'ਚ ਹੀ ਜਾਣਾ, ਇਤੋਂ ਹੋ ਕੇ ਸਿੱਧਾ ਬਾਹਰ ਨਿਕਲ ਜਾਂਦਾ। ਆਹ ਪੋਰਸ਼ਨ ਨੂੰ ਅਸੀਂ ਇੱਕ ਤਰ੍ਹਾਂ ਕਨੈਕਟ ਨਹੀਂ ਕੀਤਾ। ਮੈਂ ਇੱਥੇ ਇੱਕ ਆ ਕੀ ਲਗਾ ਰਿਹਾ, ਇੱਥੇ ਇੱਕ 1 ਵੇ ਕੀ ਲਗਾ ਰਿਹਾ, ਥੋੜਾ ਅਟੈਂਟਿਵ ਹੋ ਕੇ ਸਮਝਿਓ, ਤੁਹਾਨੂੰ ਕੋਈ ਚੀਜ਼ ਹੈਗੀ ਤੁਹਾਡੇ ਸਮਝਣ ਵਾਲੀ। ਇੱਥੇ 1 ਵੇ ਕੀ ਲਗਾਈ, ਇਹ ਇਸ ਵੇਲੇ ਆਫ ਆ, ਇਸ ਲਈ ਜਿੰਨਾ ਵੀ ਕਰੰਟ ਆਣਾ, ਠੀਕ ਹੈ, ਉਹ IG ਆਇਆ ਜਾਂ I ਆਇਆ, ਉਹਨੇ ਗਲਵੈਨੋਮੀਟਰ ਦੇ ਵਿੱਚ ਹੋ ਕੇ ਜਾਣਾ। ਇਸ ਲਈ ਜੇ IG ਕਰੰਟ ਆ ਤੇ ਇਹ ਚੋਂ ਸੇਫਲੀ ਪਾਸ ਹੋ ਜਾਊਗਾ, ਤੇ ਜੇ ਕਰੰਟ IG ਤੋਂ ਜ਼ਿਆਦਾ ਆਇਆ ਤੇ ਇਹ ਡੈਮੇਜ ਹੋ ਜੂ। ਪਰ ਜਦੋਂ ਇਹ ਤੋਂ ਮੈਂ ਅੱਗੇ ਨਾਲੋਂ ਹੋਰ ਕਹਿੰਦਾ ਜੀ ਕਰੰਟ ਕੈਪੈਸਿਟੀ ਵਧਾ ਕੇ ਕਰੰਟ ਮੇਜਰ ਕਰਾਣਾ, ਅਸੀਂ ਕੀ ਕੀਤਾ, ਆਹ ਸਵਿਚ ਪ੍ਰੈਸ ਕਰ ਦਿੱਤਾ। ਜਦੋਂ ਮੈਂ ਆਹ ਕੀ ਪ੍ਰੈਸ ਕਰਤੀ, ਸਵਿਚ ਪ੍ਰੈਸ ਕਰਤਾ, ਹੁਣ ਕੀ ਹੋਇਆ, ਆਹ ਡਾਟਡ ਲਾਈਨ ਦੇ ਅੰਦਰ ਇਹ ਇੱਕ ਕੰਬਾਈਨਡ ਕੰਬੀਨੇਸ਼ਨ ਬਣ ਗਿਆ ਗਲਵੈਨੋ ਤੇ ਸ਼ੰਟ ਦਾ। ਇਹ ਹੁਣ ਇੰਡੀਵਿਜੂਅਲ ਗਲਵੈਨੋਮੀਟਰ ਨਹੀਂ ਰਹਿ ਗਿਆ, ਹੁਣ ਇਹ ਦੋਨੋਂ ਮਿਲਾ ਕੇ ਇੱਕ ਨਵਾਂ ਡਿਵਾਈਸ ਬਣ ਗਿਆ, ਠੀਕ ਹੈ ਜੀ, ਜਿਹਦੀ ਕਰੰਟ ਮੇਜ਼ਰਿੰਗ ਕੈਪੈਸਿਟੀ IG ਤੋਂ ਜ਼ਿਆਦਾ ਹੋ ਗਈ। ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. ਹੁਣ ਜਦੋਂ ਇਹਦੀ ਕਰੰਟ ਕੈਪੈਸਿਟੀ ਅੱਗੇ ਨਾਲੋਂ ਜ਼ਿਆਦਾ ਹੋਈ, ਕਹਿੰਦਾ ਵੀ ਹੁਣ ਜਦੋਂ ਮੇਜਰ ਕਰਨਾ ਸੀ ਕਰੰਟ, ਹਨਾ, ਹੁਣ ਆ ਲਾਈਨਾਂ ਸਮਝਿਓ, ਜਦੋਂ ਅਸੀਂ ਇਸ ਕੰਬੀਨੇਸ਼ਨ ਨਾਲ ਕਰੰਟ ਮੇਜਰ ਕਰਨਾ ਤੇ ਬੇਸਿਕਲੀ ਹੁਣ ਆ ਚੀਜ਼ ਆ ਗਈ, ਪਹਿਲੋਂ ਇਹ 10 ਮਾਈਕਰੋ ਐਂਪੀਅਰ ਤੱਕ ਮੇਜਰ ਕਰ ਰਿਹਾ ਸੀ, ਹੁਣ ਮੈਂ 10 ਐਂਪੀਅਰ ਮੇਜਰ ਕਰਨ ਲੱਗਿਆ। ਮੈਂ ਮੀਟਰ ਨਹੀਂ ਬਦਲਿਆ, ਇੱਥੇ ਜਿਹੜਾ ਆ ਮੀਟਰ ਇਹਨੇ 10 ਮਾਈਕਰੋ ਐਂਪੀਅਰ ਮੇਜਰ ਕੀਤਾ ਸੀ, ਹੁਣ 10 ਐਂਪੀਅਰ ਵੀ ਇਹਨੇ ਕਰਨਾ। ਉਹਦੇ ਲਈ ਹੋਇਆ ਕੀ, ਕਹਿੰਦਾ ਜੀ ਜਿਹੜੀਆਂ ਨੰਬਰ ਆਫ ਡਿਵੀਜ਼ਨਸ ਨੇ n, ਹਨਾ, ਉਹ ਨਹੀਂ ਬਦਲਿਆ। ਪਹਿਲੋਂ ਵੀ 0 ਤੋਂ 10 ਤੱਕ ਮੰਨ ਲਓ 10 ਲਾਈਨਾਂ ਸੀ, 10 ਡਿਵੀਜ਼ਨ ਸੀਗੀਆਂ। ਜਦੋਂ ਇਹ ਗਲਵੈਨੋਮੀਟਰ ਦੀ ਥਾਂ ਤੇ ਇਹ ਕੰਬੀਨੇਸ਼ਨ ਐਮ ਮੀਟਰ ਦਾ ਰੋਲ ਪਲੇ ਕਰੇਗਾ, ਨੰਬਰ ਆਫ ਡਿਵੀਜ਼ਨ ਤੁਹਾਡੇ ਮੀਟਰ ਦੇ ਅੰਦਰ ਉਹੀ ਨੇ, ਲਾਈਨਾਂ ਦੀ ਗਿਣਤੀ 'ਚ ਕੋਈ ਫਰਕ ਨਹੀਂ ਆਣਾ, ਹਾਂ, ਪਰ ਹਰ ਲਾਈਨ ਦੀ ਰੀਡਿੰਗ ਜਿਹੜੀ ਆ ਉਹ ਬਦਲ ਗਈ। ਅੱਗੇ ਇਹਦੀ ਇੱਕ ਲਾਈਨ 1 ਮਾਈਕਰੋ ਐਂਪੀਅਰ ਮੇਜਰ ਕਰਦੀ ਸੀ, ਤੇ ਜਦੋਂ ਮੈਂ ਸ਼ੰਟ ਅਟੈਚ ਕਰ ਲਈ, ਹੁਣ ਇਹੀ ਗਲਵੈਨੋਮੀਟਰ ਦੀ ਇੱਕ ਲਾਈਨ ਜਿਹੜੀ ਆ ਉਹ ਅੱਗੇ ਨਾਲੋਂ ਕਹਿੰਦਾ ਜੀ 1 ਐਂਪੀਅਰ ਮੇਜਰ ਕਰਦੀ। ਇਹਦਾ ਮਤਲਬ 1 ਮਾਈਕਰੋ ਐਂਪੀਅਰ ਦੀ ਥਾਂ ਤੇ ਉਹਦੀ ਐਸਐਚ ਰੀਡਿੰਗ 1 ਐਂਪੀਅਰ ਵਧੀ। ਇਹਦਾ ਮਤਲਬ ਤੁਹਾਡੇ ਡਿਵਾਈਸ ਦਾ ਲੀਸਟ ਕਾਊਂਟ ਅੱਗੇ ਨਾਲੋਂ ਚੇਂਜ ਹੋ ਗਿਆ। ਹਾਂਜੀ ਸਰ। Yes, sir. ਮੈਂ ਕੋਸ਼ਿਸ਼ ਕਰ ਰਿਹਾ ਕਿ ਵੀ ਇਹ ਚੀਜ਼ ਤੁਹਾਡੇ ਦਿਮਾਗ 'ਚ ਪਾ ਪਾਵਾਂ ਜਿਹੜੀ ਕਿ ਜ਼ਰੂਰੀ ਆ।
क्या इन्नी गल समझ लगदी पई कि जदों असीं गैल्वेनोमीटर कल्ला सीगा, ठीक है, उदों असीं लिखिया N into K, इहदी प्रोडक्ट दे बराबर इहने करंट मेजर कीता, ते जदों इह गैल्वेनोमीटर नाल शंट लाती, ठीक है, ते असीं कहा जी हुण इह पूरा डॉटेड दे अंदर जिहड़ा अरेंजमेंट आ गया करंट नूं मेजर करन लई, इह एम मीटर बन गया। ਇਹਦਾ ਮਤਲਬ ਆ ਜੇ ਅੱਗੇ ਨਾਲੋਂ ਇਹਦੀ ਕਰੰਟ ਮੇਜ਼ਰਿੰਗ ਕਪੈਸਿਟੀ ਵਧੀ ਆ ਤੇ ਕਹਿੰਦਾ ਜੀ ਕਰੰਟ ਕਪੈਸਿਟੀ ਆਪਣੇ ਕੋਲ ਜਿਹੜੀ ਨਵੀਂ ਆਈ ਆ ਉਹਨੂੰ ਜੇ ਮੈਂ ਲਿਖਣਾ ਹੋਵੇ ਜਿਹੜਾ ਕਿ I ਐਂਪੀਅਰ ਹੁਣੇ ਮੇਜਰ ਕਰ ਰਿਹਾ ਉਹ N K ਡੈਸ਼ ਲਿਖਿਆ। ਉਹਦਾ ਕਾਰਨ ਇਹ ਆ ਕਿ ਵੀ ਇਹੀ ਗਲਵੈਨੋ ਜਦੋਂ M ਮੀਟਰ ਬਣਦਾ ਵਾ ਤੇ ਇਹਦੇ ਅੰਦਰ ਲਾਈਨਾਂ ਦੀ ਗਿਣਤੀ ਆਟੋਮੈਟਿਕਲੀ ਚੇਂਜ ਨਹੀਂ ਹੋ ਜਾਣੀ, ਲਾਈਨਾਂ ਉਨੀਆਂ ਰਹਿਣੀਆਂ, ਪਰ ਹਰ ਲਾਈਨ ਦਾ ਲੀਸਟ ਕਾਊਂਟ ਜਿਹੜਾ ਵਾ ਹਨਾ ਉਹ ਅੱਗੇ ਨਾਲੋਂ ਮੇਰੇ ਕੋਲ ਚੇਂਜ ਹੋ ਗਿਆ, ਜਿਹਦੇ ਕਰਕੇ I ਦਾ ਨਵਾਂ ਫਾਰਮੂਲਾ N K ਡੈਸ਼ ਆ ਗਿਆ। क्या ਆ ਗੱਲ ਸਮਝ ਲੱਗੀ? Yes, sir. ਚਲ ਇਸੇ ਚੀਜ਼ ਨੇ ਟਾਈਮ ਲੈਣਾ ਸੀ, ਖਤਮ ਕਰ ਲਿਆ ਇਸ ਚੀਜ਼ ਨੂੰ। देयरफॉर ਹੁਣ ਜੇ ਆ ਦੋ ਇਕੁਏਸ਼ਨਾਂ ਜਿਹੜੀਆਂ ਬਣੀਆਂ ਤੁਹਾਡੇ ਕੋਲ, ਇਹਨਾਂ ਦੋਨਾਂ ਨੂੰ ਡਿਵਾਈਡ ਕਰ ਲਓ, ਡਿਵਾਈਡ 2/1 ਤੇ देयरफॉर ਸਾਡੇ ਕੋਲ ਆ ਗਿਆ I/IG equal to N into K dash over N into K, N कटिया जाएगा, ਇਹਦਾ ਮਤਲਬ I/IG equal to K dash by K। ਹੁਣ ਇੱਥੇ ਅਸੀਂ ਕਹਿੰਦੇ ਪਏ I ਦੀ ਵੈਲਿਊ ਅਸੀਂ ਸ਼ੁਰੂ ਚ ਡਿਫਾਈਨ ਕੀਤੀ IG ਤੋਂ ਗ੍ਰੇਟਰ ਆ, as I greater than IG, ਤੇ देयरफॉर ਜਿਹੜਾ ਫਿਗਰ ਆਫ ਮੈਰਿਟ ਹੋਏਗਾ ਯਾਨੀ ਜਿਹੜਾ ਤੁਹਾਡੇ ਡਿਵਾਈਸ ਦਾ ਲੀਸਟ ਕਾਊਂਟ ਹੋਏਗਾ ਉਹ ਅੱਗੇ ਨਾਲੋਂ ਮੇਰੇ ਕੋਲ ਜਿਹੜਾ ਇਨਕਰੀਜ਼ ਹੋ ਜਾਣਾ, और ਇਹਦੇ ਇਨਕਰੀਜ਼ ਹੋਣ ਕਰਕੇ ਹੁਣ ਇਹ ਡਿਵਾਈਸ ਸੇਮ ਜਿਹੜਾ ਗਲਵੈਨੋਮੀਟਰ ਪਹਿਲਾਂ 10 ਐਂਪੀਅਰ ਮੇਜਰ ਕਰਦਾ ਸੀ ਹੁਣ ਇਹ 20 ਐਂਪੀਅਰ ਮੇਜਰ ਕਰਦਾ। ਇਹਦਾ ਮਤਲਬ ਆ ਇਸ ਅਰੇਂਜਮੈਂਟ ਨਾਲ ਸਰਕਟ ਦੀ ਕਰੰਟ ਮੇਜ਼ਰਿੰਗ ਕਪੈਸਿਟੀ ਜਿਹੜੀ ਆ ਉਹ ਅੱਗੇ ਨਾਲੋਂ ਇਨਕਰੀਜ਼ ਹੋ ਜੂ ਬੇਟਾ। Yes, sir. Yes, sir. Yes, sir. Yes, ਕਿੰਨਾ sir. ਸਮਝ ਲੱਗਿਆ? Yes, sir. Yes, Yes, sir. Yes, sir. ਵਰਡ ਵੀ ਡਾਊਟਫੁਲ ਹੈਗਾ ਕਿਸੇ ਨੂੰ ਤੇ ਇੱਕ ਵਾਰੀ ਜ਼ਰੂਰ ਦੱਸੋ ਬੇਟਾ। क्या शंट किनू कहने ते कन्वर्जन ऑफ गैल्वेनोमीटर इनटू एम मीटर, क्या इन्ना टॉपिक समझ आया? Yes, sir. Yes, Yes, sir. Yes, sir. Yes, sir. ओके जी, नेक्स्ट टॉपिक इस तो बाद अपने को ला जाना कन्वर्जन ऑफ गैल्वेनोमीटर इनटू वोल्टमीटर। छोटा ही टॉपिक। वोल्टमीटर ते गैल्वेनोमीटर दे विचों किहदी रेजिस्टेंस ज्यादा ते किहदी थोड़ी? ओ नियाणियो sir. Voltmeter ਦੀ ਜ਼ਿਆਦਾ। वोल्टमीटर दी रेजिस्टेंस ज्यादा ते जे मैं हुण गैल्वेनोमीटर नूं वोल्टमीटर च बदलना की करांगे? Series में resistance चला। सीरीज च रेजिस्टेंस लगावांगे ना। उसे चीज नूं लैके उन्हें अगला टॉपिक बनाता कन्वर्जन ऑफ गैल्वेनोमीटर इनटू वोल्टमीटर। छोटा टॉपिक है जी, ठीक है, बहुत डिटेल नहीं, कुछ भी आनी। कहना जे आ मतलब मेरे को ऐसा च लेके चलिए कि एक गैल्वेनोमीटर गिवन आ, एक गैल्वेनोमीटर गिवन आ और इच IG एम्पीयर करंट पास कर देवे और गैल्वेनोमीटर दी रेजिस्टेंस ਅਸੀਂ G मान लिए। एक सेकंड होल्ड करिए। तो ਹੁਣ ਨੈਕਸਟ ਇਹ ਹੈਗਾ ਕਿ ਜੇ ਐਸ ਐਚ ਇਸ ਗੈਲਵੇਨੋਮੀਟਰ ਚ ਪੁੱਤ IG ਕਰੰਟ ਪਾਸ ਹੋ ਰਿਹਾ ਤੇ ਗੈਲਵੇਨੋਮੀਟਰ ਦੀ ਰੈਜ਼ਿਸਟੈਂਸ ਨੂੰ G ਮੰਨ ਲਵਾਂ ਤੇ ਇਹਦਾ ਮਤਲਬ ਇਹ ਹੋ ਗਿਆ ਇਸ ਗੈਲਵੇਨੋਮੀਟਰ ਦੇ ਆ ਜਿਹੜੇ ਦੋ ਟਰਮੀਨਲ ਨੇ A ਤੇ B, ਇਹਨਾਂ ਦੋ ਟਰਮੀਨਲ ਦੇ ਵਿੱਚ ਜਦੋਂ IG ਕਰੰਟ ਪਾਸ ਕਰੇਗਾ ਉਸ ਗੈਲਵੇਨੋਮੀਟਰ ਚੋਂ ਜਿਹਦੀ ਰੈਜ਼ਿਸਟੈਂਸ G ਹੈਗੀ ਆ ਤੇ ਇੱਥੇ ਉਹਨੇ ਕੁਝ ਵੋਲਟੇਜ ਡਿਵੈਲਪ ਕਰੂ। कोई गल समझ लगती पई? Yes, sir. Yes, sir. ਇਹਦਾ ਮਤਲਬ ਜੇ Yes, sir. VAB ਲਿਖਾਂ ਤੇ ਇੱਥੇ VAB ਦਾ ਫਾਰਮੂਲਾ IG G ਆਜੂ ਬੇਟੇ। Yes, sir. Yes, sir. ਇਹ ਜਿਹੜਾ ਤੁਹਾਡਾ ਗੈਲਵੇਨੋਮੀਟਰ ਆ ਜੇ ਇਹ ਵੋਲਟੇਜ ਇਸ ਵੇਲੇ ਮੇਜਰ ਕਰਦਾ ਹੋਵੇ ਤੇ ਅਸੀਂ ਕਹਿੰਦੇ ਜੀ ਇਹ IG G ਦੇ ਬਰਾਬਰ ਵੋਲਟੇਜ ਆਈ ਹੈ ਤੇ ਜੇ ਮੈਂ ਗੈਲਵੇਨੋਮੀਟਰ ਤੋਂ
है ना, अगे नालों वोल्टेज ज्यादा मेजर करानी है और उस कंडीशन ये आ कि करंट सेम पास होएगा। हुण पिछली वारी की सीगा जदों गलवैनो एम मीटर च बदले आपां ते ਉਹ ਚ ਅਸੀਂ ਕਿਹਾ ਸੀਗਾ ਕਿ ਵੀ IG ਨਾਲੋਂ ਉਹ I ਕਰੰਟ ਮੇਜਰ ਕਰੇ, ਉੱਥੇ ਕਰੰਟ ਵਧਾਣਾ ਸੀ, ਇੱਥੇ ਕਰੰਟ ਨਹੀਂ ਵਧਾ ਰਹੇ। ਇਹੀ ਕਰੰਟ ਜਦੋਂ ਐਸ ਇਸ ਡਿਵਾਈਸ ਚੋਂ ਪਾਸ ਹੋ ਕੇ, ਠੀਕ ਹੈ ਜੀ, ਅੱਗੇ ਇੱਕ ਹੋਰ ਸੀਰੀਜ਼ ਦੇ ਵਿੱਚ ਮੈਂ ਹਾਈ ਵੈਲਿਊ ਰੈਜ਼ਿਸਟੈਂਸ ਲਾ ਦਵਾਂ, ਜੋ ਬੋਲ ਰਹੇ ਆ ਉਹ ਆ ਚੀਜ਼ ਹੋਗੀ ਕਿ ਜੇ ਇਸ ਗਲਵੈਨੋਮੀਟਰ ਦੇ ਨਾਲ ਇੱਕ ਅਸੀਂ ਹਾਈ ਵੈਲਿਊ ਰੈਜ਼ਿਸਟੈਂਸ ਅਟੈਚ ਕਰ ਦਈਏ, ਫਿਰ R ਦੀ ਵੈਲਿਊ G ਦੇ ਕੰਪੈਰੀਟਿਵਲੀ ਬਹੁਤ ਲਾਰਜ ਹੋਏਗੀ ਤੇ ਸੇਮ IG ਐਂਪੀਅਰ ਦਾ ਕਰੰਟ ਹੁਣ ਵੀ ਇਸ ਡਿਵਾਈਸ ਚੋਂ ਪਾਸ ਹੋਵੇ ਤੇ ਉਹਨੇ ਕੀ ਕਰਨਾ ਜੀ, ਆ SH A B ਤੇ C ਪੁਆਇੰਟ ਡਿਫਾਈਨ ਕਰ ਦਿਓ। ਇਵਨ ਇਹਨਾਂ ਪੁਆਇੰਟਸ ਦੇ ਅੰਦਰ ਜੇ ਹੁਣ ਮੈਂ ਇਸ ਪੂਰੇ ਅਰੇਂਜਮੈਂਟ ਨੂੰ ਕੰਬਾਈਨਡ ਲੈ ਕੇ ਚੱਲਾਂ ਤੇ ਜਿਹੜਾ SH ਹੁਣ ਇਸ ਡਿਵਾਈਸ ਦੀ ਹੈਲਪ ਨਾਲ ਤੁਸੀਂ ਵੋਲਟੇਜ ਮੇਜਰ ਕਰੋਗੇ, ਠੀਕ ਹੈ, ਇੱਥੇ ਵੋਲਟੇਜ ਆ ਗਈ VAB ਜਿਹਦੀ ਵੈਲਿਊ IG into G ਹੋਏਗੀ ਔਰ ਇੱਥੇ ਵੋਲਟੇਜ ਆ ਗਈ VBC ਜਿਹਦੀ ਵੈਲਿਊ ਮੇਰੇ ਕੋਲ IG into R ਆ ਜੂ। ਤੇ ਜੇ ਮੈਂ ਆ ਦੋਨਾਂ ਟਰਮੀਨਲ ਦੇ ਵਿੱਚ ਟੋਟਲ ਵੋਲਟੇਜ ਮੇਜਰ ਕਰਾਂ ਤੇ ਜਿਹੜੀ ਹੁਣ ਟੋਟਲ ਵੋਲਟੇਜ ਆਏਗੀ ਉਹ IG into G plus R ਬਣ ਜੂ ਬੇਟਾ। Yes, Yes, sir. sir. ਆ ਲਿਖ ਰਿਹਾ, ठीक है। पहले केस दे अंदर अपने को जेड़ा VAB आया ओदी वैल्यू आई IG into G ते जदों सेकंड केस बनाइए, सेकंड केस दे अंदर जे आपा VAC लिखना, पॉइंट थोड़े चेंज करन लग्या, इनु SH C कह दो, इनु B कह देने, ठीक है, यानी VAC ते VCB ताकि VAB ही दोबारा वर्ड लिख दिए ते इस केस दे अंदर VAB दी वैल्यू VAC plus VCB बन जू। Yes, sir. Yes, sir. Yes, sir. Yes, sir. Therefore, इस केस के अंदर VAB की वैल्यू IG into G plus IG into R आजू, which implies जेडी हुण तुसी वोल्टेज मेजर करदे पए हो IG into G plus R दे बराबर आ गई ते इस मोमेंट ते इहदे मतलब जेडी हुण तुहाडे डिवाइस ने वोल्टेज मेजर कीती आ ਉਹ ओरिजिनल गैल्वेनोमीटर ਦੇ ਨਾਲੋਂ ਜ਼ਿਆਦਾ ਹੋਏਗੀ। Yes, sir. Yes, sir. ਠੀਕ ਆ, ਤੇ ਇਹਦੇ ਵਿੱਚੋਂ ਜੇ ਹੁਣ ਮੈਂ ਇਹ ਕੱਢਣਾ ਹੋਵੇ ਕਿ ਵੀ R ਕਿੰਨੇ ਓਮ ਦੀ ਲਾਣੀ, ਜਿੱਦਾਂ ਪਿਛਲੀ ਵਾਰੀ ਆਪਾਂ ਕਿਹਾ ਸੀ ਸ਼ੰਟ ਕਿੰਨੇ ਓਮ ਦੀ ਲਾਣੀ ਆ, S ਦੀ ਵੈਲਿਊ ਕੱਢੀ, ਉਹਦੇ ਹੁਣ ਇੱਥੋਂ R ਕੱਢਣਾ ਤੇ ਇਹਨੂੰ ਸੋਲਵ ਕਰਕੇ R ਦੀ ਵੈਲਿਊ ਬਣਾ ਦਿਓ, ਠੀਕ ਹੈ। ਆਪੇ ਤੇ ਜਸਟ ਇੱਕ ਸਿੰਬਲ ਸਿੰਪਲੀਫਾਈ ਕਰਨ ਲਈ ਪੁੱਟ ਅਪ ਕਰਨ ਲੱਗੇ VAB ਨੂੰ V ਲਿਖ ਦਿਓ। ਜਿਹੜਾ ਤੁਹਾਡਾ ਨਵਾਂ ਬਣਿਆ ਵੋਲਟ ਮੀਟਰ ਹੋਊਗਾ ਉਹ ਕਿੰਨੀ ਵੋਲਟੇਜ ਮੇਜਰ ਕਰੂ, ਉਹਦਾ ਸਿੰਬਲ V ਰੱਖ ਲਿਆ ਤੇ देयरफॉर V ਦਾ ਫਾਰਮੂਲਾ ਆ ਗਿਆ IG into G plus R। ਇਥੋਂ ਜੇ R ਕੱਢ ਦਈਏ, ਤੇ ਉਹਦੀ ਵੈਲਿਊ ਬਣ ਗਈ V/IG minus G। ਇਹਦਾ ਮਤਲਬ ਜਦੋਂ ਤੁਸੀਂ ਗਲਵੈਨੋਮੀਟਰ ਨੂੰ ਵੋਲਟ ਮੀਟਰ ਚ ਚੇਂਜ ਕਰੋਗੇ, ਹਨਾ, ਤੇ ਤੁਹਾਨੂੰ ਇੰਨਾ ਪਤਾ ਹੋਵੇ ਕਿ ਗਲਵੈਨੋਮੀਟਰ 'ਚ ਕਰੰਟ ਕਿੰਨਾ ਪਾਸ ਹੋ ਰਿਹਾ, ਗਲਵੈਨੋਮੀਟਰ ਦੀ ओरिजिनल ਰੈਜ਼ਿਸਟੈਂਸ ਕਿੰਨੀ ਆ, ਤੇ ਥਰਡ ਜਿਹੜਾ ਨਵਾਂ ਵੋਲਟ ਮੀਟਰ ਬੰਨਾ ਉਹ ਕਿੰਨੇ ਵੋਲਟ ਮੇਜਰ ਕਰੇ। ਮਤਲਬ ਜੇ ओरिजिनल ਗਲਵੈਨੋਮੀਟਰ ਦੀ ਰੈਜ਼ਿਸਟੈਂਸ 100 ਓਮ ਆ, ਗਲਵੈਨੋਮੀਟਰ ਦਾ ਕਰੰਟ ਮੰਨ ਲਓ 10 ਐਂਪੀਅਰ ਆ, ਠੀਕ ਹੈ, ਤੇ ਤੁਸੀਂ ਆਪਣੇ ਡਿਵਾਈਸ ਨਾਲ ਮੰਨ ਲਓ ਅੱਗੇ 2 ਵੋਲਟ ਮੇਜਰ ਕਰਦੇ ਸੀ, ਹੁਣ ਤੁਸੀਂ 20 ਵੋਲਟ ਮੇਜਰ ਕਰਾਣੇ ਆ ਤੇ ਇਹਦਾ ਮਤਲਬ ਜਿਹੜੀ ਮੈਂ ਨਵੀਂ 20 ਵੋਲਟ ਮੇਜਰ ਕਰਨੀ ਵੋਲਟੇਜ ਉਹ ਪਤਾ ਹੋਵੇ, ਗਲਵੈਨੋਮੀਟਰ ਦਾ ਕਰੰਟ, ਗਲਵੈਨੋਮੀਟਰ ਦੀ ਰੈਜ਼ਿਸਟੈਂਸ, ਤੇ ਫਿਰ ਆਪਾਂ ਉਸ R ਦੀ ਵੈਲਿਊ ਕੱਢ ਸਕਦੇ ਆ ਜਿਹੜੀ ਕਿ ਗਲਵੈਨੋਮੀਟਰ ਦੇ ਨਾਲ ਅਸੀਂ ਸੀਰੀਜ਼ 'ਚ ਅਟੈਚ ਕਰ ਦਈਏ ਤਾਂ ਕਿ ਸਰਕਟ ਦਾ ਕਰੰਟ ਜਿਹੜੀ ਵੋਲਟੇਜ ਮੇਜ਼ਰਿੰਗ ਕੈਪੈਸਿਟੀ ਆ ਉਹ ਅੱਗੇ ਨਾਲੋਂ ਵੱਧ ਜਾਏਗੀ। क्या ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਗਲਵੈਨੋਮੀਟਰ ਵੋਲਟ ਮੀਟਰ ਚ ਜਦੋਂ ਬਦਲਦੇ ਤੇ ਗਲਵੈਨੋਮੀਟਰ ਐਮ ਮੀਟਰ ਚ ਜਦੋਂ ਬਦਲਦੇ ਜਦੋਂ ਇਹ ਦੋਨਾਂ ਚੀਜ਼ਾਂ ਦੀ ਕਨਵਰਜਨ ਕਰਦੇ ਤੇ ਉਸੋਂ ਆਪਣੇ ਕੋਲ ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਕਿੰਨੀ ਲੱਗਣੀ। ਕਿਆ ਇੰਨਾ ਸਮਝ ਆਇਆ ਬੱਚੇ? Yes, sir. Yes, sir. Yes, sir. ਜਿਹੜੇ ਪਹਿਲਾਂ ਨਹੀਂ ਰਿਸਪੌਂਡ ਕੀਤਾ ਹੁਣ ਉਹ ਬੋਲੂਗੇ ਸਿਰਫ। ਆਪਣੀ ਅਟੈਂਡੈਂਸ ਦੋਗੇ ਹੈਗੇ ਕਿ ਨਹੀਂ? Yes, sir. ਨੈਕਸਟ ਜਿਹੜਾ ਸ਼ੁਰੂ ਕਰ ਰਹੇ, ਠੀਕ ਹੈ, ਨੂਮੈਰੀਕਲ ਆ ਜਾਣੇ 3rd B ਚੈਪਟਰ ਦੇ। ਉਹਨਾਂ ਚ ਫਰਸਟ ਨੂਮੈਰੀਕਲ ਦੀ ਸਟੇਟਮੈਂਟ ਲੈ ਰਹੇ ਹਾਂ। ਸਟੇਟਮੈਂਟ ਗਿਵਨ ਆ
what is the ਚਲੋ ਇੱਕ ਵਾਰੀ ਸਟੇਟਮੈਂਟ ਤੋਂ ਪਹਿਲਾਂ ਇੱਕ ਚੀਜ਼ ਰਿਕਾਲ ਕਰਾਦਾ ਬੇਟੇ, ਆਪਾਂ ਜਿਹੜਾ ਇਸ ਚੈਪਟਰ 'ਚ ਸਭ ਤੋਂ ਪਹਿਲਾ ਟੌਪਿਕ ਕੀਤਾ ਉਹ ਇਹ ਸੀਗਾ ਕਿ ਜਦੋਂ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੀ ਪ੍ਰੈਜ਼ੈਂਸ 'ਚ ਮੂਵ ਕਰਦਾ ਉਹਦਾ ਪਾਥ ਕਿੱਦਾਂ ਦਾ ਸੀਗਾ। ਦੂਜਾ ਸੀਗਾ ਕਿ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਇਨਫਲੂਐਂਸ 'ਚ ਮੂਵ ਕਰਦਾ ਉਦੋਂ ਉਹਦਾ ਪਾਥ ਕਿੱਦਾਂ ਦਾ ਸੀਗਾ। ਫਿਰ ਉਸ ਤੋਂ ਬਾਅਦ ਆਪਾਂ ਕੰਬਾਈਨ ਕੀਤਾ ਸੀ ਕਿ ਜੇ ਚਾਰਜ ਪਾਰਟੀਕਲ ਇਲੈਕਟ੍ਰਿਕ ਔਰ ਮੈਗਨੈਟਿਕ ਫੀਲਡ ਦੋਨਾਂ ਦੇ ਕੰਬਾਈਨਡ ਇਫੈਕਟ ਦੇ ਅੰਦਰ ਆ ਜਾਵੇ ਫਿਰ ਉਹਦਾ ਕਹਿੰਦਾ ਜੀ ਐਸ ਐਚ ਆਪਣੇ ਕੋਲ ਫਾਰਮੂਲਾ ਕੀ ਸੀਗਾ। ਕਿ ਇੰਨੀ ਗੱਲ ਯਾਦ ਆ? Yes, sir. ਐਂਡ Yes, ਜਦੋਂ sir. ਕੋਈ ਨਹੀਂ ਬੋਲਦਾ ਨਾ ਫਿਰ ਸੁਖਮਨ ਜਾ ਕੇ ਆਵਾਜ਼ ਦਿੰਦਾ ਕਿ ਵੀ ਚੱਲ ਕੋਈ ਤਾਂ ਰਿਸਪੌਂਡ ਕਰੇ। ਚਲੋ ਆਪਾਂ ਐਸ ਐਚ ਦੇ ਵਿੱਚ ਫਰਸਟ ਟੌਪਿਕ ਇਹ ਕੀਤਾ ਸੀ ਕਿ ਜੇ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰਦਾ ਤੇ ਚਾਰਜ ਪਾਰਟੀਕਲ ਦੀ ਸਪੀਡ ਵੱਧ ਜਾਂਦੀ ਆ ਪਰ ਉਹਦੀ ਡਾਇਰੈਕਸ਼ਨ 'ਚ ਚੇਂਜ ਨਹੀਂ ਆਉਂਦੀ। ਦੂਜਾ ਇਹ ਲਿੱਤਾ ਸੀ ਕਿ ਜੇ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਮੂਵ ਕਰਦਾ ਤੇ ਪਾਰਟੀਕਲ ਦਾ ਪਾਥ ਜਿਹੜਾ ਉਹ ਪੈਰਾਬੋਲਿਕ ਨੇਚਰ 'ਚ ਬਣ ਜਾਂਦਾ। ਤੀਜਾ ਸੀ ਕੀਤਾ ਸੀ ਕਿ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰਦਾ ਤੇ ਕੋਈ ਫੋਰਸ ਚਾਰਜ ਪਾਰਟੀਕਲ ਤੇ ਐਕਟ ਨਹੀਂ ਕਰਦੀ। ਚੌਥਾ ਕੀਤਾ ਸੀ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਤੋਂ ਪਰਪੈਂਡੀਕੂਲਰ ਮੂਵ ਕਰਦਾ ਤੇ ਪਾਰਟੀਕਲ ਸਰਕੂਲਰ ਪਾਥ ਤੇ ਘੁੰਮਣਾ ਸ਼ੁਰੂ ਹੋ ਜਾਂਦਾ। ਤੇ ਪੰਜਵਾਂ ਸੀ ਕੀਤਾ ਸੀਗਾ ਕਿ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਤੋਂ ਕੁਝ ਐਂਗਲ ਤੇ ਮੂਵ ਕਰਦਾ ਤੇ ਉਹਦਾ ਪਾਥ ਹੈਲੀਕਲ ਸ਼ੇਪ 'ਚ ਬਣਦਾ। ਕਿ ਇੰਨੀ ਚੀਜ਼ਾਂ ਯਾਦ ਹੈਗੀਆਂ ਜੋ ਦੱਸਦਾ ਪਿਆ? Yes, Yes, sir. Yes, sir. ਸੁਖਮਨ ਤੂੰ ਆਪਣਾ ਪੁੱਤ ਪੂਰਾ ਨਾਮ ਲਿਖ ਦਿਆ ਕਰ ਬੱਚੇ। ठीक है, sir. ਉਹ ਸਮੀਖਿਆ ਕਹਿੰਦੇ ਕਿ ਨਾਮ ਦਾ ਭੁਲੇਖਾ ਪੈ ਜਾਂਦਾ ਕਈ ਵਾਰੀ। ਚਲੋ ਫਰਸਟ ਨੂਮੈਰੀਕਲ ਉਹਦੇ ਬੇਸ ਤੇ ਸ਼ੁਰੂ ਕਰ ਰਹੇ ਹਾਂ। ਫਰਸਟ ਨੂਮੈਰੀਕਲ ਹੈਗਾ what is the radius of path of an electron, mass देता, charge देता, moving at a speed of 3 into 10 raised to power 7 meter per second in a magnetic field. Magnetic strength है कि 6 into 10 raised to power minus 4 Tesla perpendicular to it. ਆਪਾਂ ਇਹ ਦੱਸਿਆ ਸੀ ਪੁੱਤ ਕਿ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ 'ਚ ਮੂਵ ਕਰਦਾ, ਠੀਕ ਹੈ, ਔਰ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਤੇ ਚਾਰਜ ਪਾਰਟੀਕਲ ਦੇ ਜਿਹੜੇ ਮੂਵ ਕਰਨ ਦੀ ਵੈਲੋਸਿਟੀ ਆ, ਜੇ ਇਹ ਦੋ ਚੀਜ਼ਾਂ ਇੱਕ ਦੂਜੇ ਦੇ ਪਰਪੈਂਡੀਕੂਲਰ ਆ, ਪਾਰਟੀਕਲ ਕਿਸ ਪਾਥ ਤੇ ਜਾਏਗਾ? Parabolic. Sir, circular में Circular. घूमेगा। ਸਰਕੂਲਰ ਆ ਪੁੱਤ। ਪੈਰਾਬੋਲਿਕ ਕਿਉਂ ਸੀਗਾ? ਯਾਦ ਕਰ ਲਓ ਯਾਰ, ਚੀਜ਼ਾਂ ਨੂੰ ਭੁੱਲੀ ਜਾਂਦੇ ਨਾਲ ਹੀ। ਆ ਮੈਂ ਦੁਬਾਰਾ ਦੱਸਣ ਲੱਗਿਆ, ਸੁਣ ਲਓ ਇੱਕ ਵਾਰੀ ਬੇਟਾ, ਸਾਰੀਆਂ ਚੀਜ਼ਾਂ ਰਿਕਾਲ ਕਰਾਓ, ਠੀਕ ਹੈ, ਕੰਮ ਤੁਹਾਡਾ ਵਾ। ਅਸੀਂ ਇਹ ਦੱਸਿਆ ਸੀ ਕਿ ਜੇ ਚਾਰਜ ਪਾਰਟੀਕਲ ਦੇ ਮੂਵ ਕਰਨ ਦੀ ਡਾਇਰੈਕਸ਼ਨ ਤੇ ਇਲੈਕਟ੍ਰਿਕ ਫੀਲਡ ਦੋਨੋਂ ਸੇਮ ਡਾਇਰੈਕਸ਼ਨ 'ਚ ਹੋਏ ਤੇ ਇਸ ਕੇਸ 'ਚ ਚਾਰਜ ਪਾਰਟੀਕਲ ਤੇ ਫੋਰਸ F = QE ਲੱਗੀ ਜਿਹੜਾ ਪਾਰਟੀਕਲ ਨੂੰ ਐਕਸਲਰੇਟ ਕਰਦੀ ਆ। ਦੂਜਾ ਸੀ ਇਹ ਲਿੱਤਾ ਸੀ ਕਿ ਜੇ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ ਪਰਪੈਂਡੀਕੂਲਰ ਮੂਵ ਕਰਨਾ ਸ਼ੁਰੂ ਕਰੇ ਤੇ ਉਦੋਂ ਪਾਰਟੀਕਲ ਦਾ ਪਾਥ ਜਿਹੜਾ ਉਹ ਅਸੀਂ ਕਿਹਾ ਸੀ ਜੀ ਪੈਰਾਬੋਲਿਕ ਬਣ ਜਾਂਦਾ। ਤੇ ਜੇ ਮੇਰੇ ਕੋਲ ਐਸਐਚ ਅਸੀਂ ਇਹ ਲੈ ਕੇ ਚੱਲੀਏ ਕਿ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ 'ਚ ਮੂਵ ਕਰਦਾ, ਚਾਰਜ ਪਾਰਟੀਕਲ ਮੇਰੇ ਕੋਲ v ਵੈਲੋਸਿਟੀ ਨਾਲ ਮੈਗਨੈਟਿਕ ਫੀਲਡ 'ਚ ਮੂਵ ਕਰਦਾ, ਪਲੱਸ q ਕੂਲਮ ਚਾਰਜ ਆ, v ਵੈਲੋਸਿਟੀ ਨਾਲ ਮੂਵ ਕਰਦਾ ਐਟ ਐਨ ਐਂਗਲ ਥੀਟਾ। ਤੇ ਇਹਦੇ ਵਿੱਚ ਅਸੀਂ ਇਹ ਦੱਸਿਆ ਸੀ ਪਾਰਟੀਕਲ ਦਾ ਪਾਥ ਜਿਹੜਾ ਬਣਦਾ ਉਹ ਹੈਲੀਕਲ ਪਾਥ ਤੇ ਮੂਵ ਕਰਦਾ ਵਾ, ਠੀਕ ਆ। ਇਹਦੇ ਵਿੱਚ ਅਸੀਂ ਕੰਡੀਸ਼ਨ ਇਹ ਲਿਖੀ ਸੀ ਕਿ ਜੇ ਪਾਰਟੀਕਲ ਇਸ ਸਾਈਡ ਨਾਲ ਹੋ ਕੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਮੂਵ ਕਰੇਗਾ ਤੇ ਪਾਰਟੀਕਲ ਸਟ੍ਰੇਟ ਲਾਈਨ ਤੇ ਤੁਰਿਆ ਜਾਣਾ, ਉਹਦੇ ਪਾਥ ਵਿੱਚ ਕੋਈ ਚੇਂਜ ਨਹੀਂ ਆਣੀ। ਤੇ ਤੀਜਾ ਸੀ ਇਹ ਕਿ ਅਸੀਂ ਜੇ ਪਾਰਟੀਕਲ ਦੀ ਵੈਲੋਸਿਟੀ ਜਿਹੜੀ ਆ ਉਹ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਹੋਈ ਤੇ ਪਾਰਟੀਕਲ ਇੱਕੋ ਥਾਂ ਤੇ ਖੜਾ ਹੋ ਕੇ ਸਰਕਲ 'ਚ ਘੁੰਮੀ ਜਾਏਗਾ। क्या इन्हीं कंडीशन क्लियर है? Yes, sir. Yes, sir. Yes, sir. ਹੁਣ ਇਹਦੇ ਅਕੋਰਡਿੰਗਲੀ ਆਪਣੇ ਫਰਸਟ ਨੂਮੈਰੀਕਲ ਜੋ ਨੇ ਕਿਹਾ ਵਾ ਕਿ ਵੀ ਰੇਡੀਅਸ ਪਾਰਟੀਕਲ ਦਾ ਕੀ ਹੋਏਗਾ ਇਲੈਕਟ੍ਰੋਨ ਦਾ ਜਦੋਂ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਮੂਵ ਕਰੇਗਾ। ਤੇ ਪਹਿਲਾ ਵਰਡ ਇੱਥੇ ਦਿਮਾਗ 'ਚ ਆ ਜਾਵੇ ਕਿ ਵੀ ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੇ ਪਰਪੈਂਡੀਕੂਲਰ ਆ ਤੇ ਉਹ ਸਰਕੂਲਰ ਪਾਥ ਤੇ ਘੁੰਮਦਾ ਪਿਆ। ਸਰਕੂਲਰ ਪਾਥ ਤੇ ਪਾਰਟੀਕਲ ਨੂੰ ਮੂਵ ਕਰਨ ਵਾਸਤੇ ਕਿਹੜੀ ਫੋਰਸ ਚਾਹੀਦੀ ਹੁੰਦੀ? Centripetal. ਸੈਂਟਰੀਪੀਟਲ। ਹੁਣ ਜਾਂ ਤਾਂ ਫਾਰਮੂਲਾ ਯਾਦ ਹੋਵੇ ਰੇਡੀਅਸ ਦਾ ਸਿੱਧਾ, ਨਹੀਂ ਤਾਂ ਇਮੀਡੀਏਟ ਬਣਾ ਲਓ, ਠੀਕ ਹੈ। ਆਪਾਂ ਬਣਾਉਣ ਲੱਗੇ ਫਾਰਮੂਲਾ, ਆਪਣੀ ਕੋਲ ਕੰਡੀਸ਼ਨ ਇਹ ਹੁੰਦੀ ਸੈਂਟਰੀਪੀਟਲ ਫੋਰਸ
ਤੇ ਜਿਹੜੀ ਮੈਗਨੈਟਿਕ ਫੋਰਸਿਸ ਆ ਇਹ ਇਕੁਅਲ। ਸੈਂਟਰੀਪੀਟਲ ਫੋਰਸ ਦਾ ਫਾਰਮੂਲਾ ਹੁੰਦਾ mv²/r equal to bqv sin 90, ਕਿਉਂਕਿ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਆ ਤੇ ਇਹਦੇ ਤੋਂ ਤੁਸੀਂ ਐਸਐਚ ਲੈ ਲਓ ਤੇ देयरफॉर ਰੇਡੀਅਸ ਦਾ ਫਾਰਮੂਲਾ ਬਣ ਜਾਂਦਾ mv/bq। क्या आ क्लियर है फॉर्मूला जो लिखा? Yes, sir. Yes, sir. Yes, sir. मास ऑफ द पार्टिकल ਤੇ ਚਾਰਜ ਆਫ ਪਾਰਟੀਕਲ ਇਹ ਤਾਂ ਪਹਿਲਾਂ ਤੋਂ ਸਟੈਂਡਰਡ ਆ ਨੋਨ ਹੋਣਗੇ। ਇਲੈਕਟ੍ਰੋਨ ਦਾ ਮਾਸ ਤੇ ਇਲੈਕਟ੍ਰੋਨ ਦਾ ਚਾਰਜ। ਹੁਣ ਆਪਣੇ ਕੁਐਸਚਨ 'ਚ ਵੈਲੋਸਿਟੀ ਉਹਨੇ ਦਿੱਤੀ ਸੀਗੀ 3 × 10⁻⁷ v ਵੀ ਹੈਗਾ ਤੇ ਮੈਗਨੈਟਿਕ ਦੀ ਸਟਰੈਂਥ ਵੀ ਗਿਵਨ ਆ। ਯਾਨੀ ਆਪਣੇ ਦੋ ਵੇਰੀਏਬਲ ਵੈਲੋਸਿਟੀ ਗਿਵਨ ਆ ਕੁਐਸਚਨ ਦੇ ਅੰਦਰ 3 × 10⁻⁷ मीटर/सेकंड और मैग्नेटिक फील्ड की स्ट्रेंथ क्वेश्चन च गिवन है 6 × 10⁻⁻⁴ टेस्ला। सिर्फ वेरिएबल पुट अप कर दियो ते अपने को रिजल्ट आ जाएगा। क्या इतना क्लियर? Yes, sir. Yes, sir. अच्छा दो वेरिएबल होर पूछे उन्हें व्हाट इज इट्स फ्रीक्वेंसी ते दूजा किनेटिक एनर्जी। किनेटिक एनर्जी का यूनिट किलो इलेक्ट्रॉन वोल्ट च कढना बाद चो। हुन जे मैं फ्रीक्वेंसी कढनी इथों किदा कढांगे फ्रीक्वेंसी दसूगा कोई है ना? ਮੈਨੂੰ सिर्फ रेडियस ਦਾ ਫਾਰਮੂਲਾ ਆਂਦਾ mv/bq। ਇਥੋਂ ਜੇ ਮੈਂ ਫ੍ਰੀਕੁਐਂਸੀ ਆਫ ਰੈਵੋਲੂਸ਼ਨ ਕੱਢਣੀ ਆ ਦੱਸੂਗਾ ਕੋਈ ਇਹਨਾਂ ਕਿੱਦਾਂ ਕੱਢਾਂਗੇ? ਮੈਂ ਦੇਖ ਲਓ ਯਾਰ Omega is equals to 2 pi nu ਦਾ ਸਰ ਲਗਾ ਕੇ ਫਾਰਮੂਲਾ। ਇਹਦੇ ਵਿੱਚ ਮੈਂ ਕਿਹਨੂੰ ਬਦਲਾਂ ਜਿੰਨਾ ਮੈਂ ਓਮੇਗਾ ਲੈ ਆਵਾਂ? velocity ਨੂੰ ਸਰ। ਬਿਲਕੁਲ ਇੱਥੇ v ਦੀ ਥਾਂ ਤੇ ਆਪਾਂ ਜੇ ਬਣਾ ਦਈਏ ਤੇ ਤੋਂ v ਦਾ ਫਾਰਮੂਲਾ ਬਣ ਗਿਆ bqr/m ਤੇ v ਨੂੰ ਅਸੀਂ ਅੱਗਿਓਂ ਲਿਖਣਾ ਹੋਵੇ ਤੇ v ਨੂੰ ਅਸੀਂ ਲਿਖ ਸਕਦੇ ਬਟ v = r ਓਮੇਗਾ और ओमेगा ਨੂੰ ਫ੍ਰੀਕੁਐਂਸੀ ਦੀ ਫਾਰਮ ਚ ਲਿਖਣਾ ਹੋਵੇ ਕੀ ਲਿਖ ਦਵਾਂ? 2 pi mu. 2 by nu ਆ ਵੈਲਿਊ ਤੇ ਪੁੱਟ ਅਪ ਕਰ ਲਓ ਤੇ देयरफॉर ਆਪਣੇ ਕੋਲ ਫਾਰਮੂਲਾ ਜਿਹੜਾ ਬਣ ਗਿਆ 1 ਸੈਕਿੰਡ ਹੋਲਡ ਹਾਂਜੀ। ਸੋ ਇਤੋਂ ਜੇ ਐਸਐਚ ਫਿਰ ਆ ਫਾਰਮੂਲੇ ਦੀ ਵੈਲਿਊ ਤੇ ਪੁੱਟ ਅਪ ਕਰ ਦਈਏ ਤੇ ਆਪਣੇ ਕੋਲ ਆ ਗਿਆ ਜੀ 2 pi nu r = bqr/m। ਇਹਨੂੰ ਸੋਲਵ ਕਰ ਲਓ r ਕੈਨਸਲ ਹੋ ਜਾਣਾ ਤੇ ਇਤੋਂ ਫ੍ਰੀਕੁਐਂਸੀ ਦਾ ਫਾਰਮੂਲਾ ਤੁਹਾਡਾ ਬਣ ਜਾਣਾ bq/2 pi m। ਆ ਫ੍ਰੀਕੁਐਂਸੀ ਦੇ ਫਾਰਮੂਲੇ ਦੇ ਵਿੱਚ ਵੈਲਿਊ ਪੁੱਟ ਅਪ ਕਰਨੀ ਤੇ ਇੱਕੋ ਹੀ ਵੇਰੀਏਬਲ ਚਾਹੀਦਾ ਸਿਰਫ ਆਪਾਂ ਨੂੰ, ਠੀਕ ਹੈ। ਔਰ ਉਹ ਹੋਏਗਾ ਆਪਣੇ ਕੋਲ ਮੈਗਨੈਟਿਕ ਫੀਲਡ। ਚਾਰਜ ਆਫ ਪਾਰਟੀਕਲ ਤੇ ਮਾਸ ਆਫ ਇਲੈਕਟ੍ਰੋਨ ਪਹਿਲਾਂ ਤੋਂ ਨੋਨ ਹੋਏਗਾ। क्या क्लियर है सेकंड पार्ट? Yes, sir. Yes, Yes, sir. थर्ड पार्ट च ਆਪਾਂ ਦੀ kinetic एनर्जी ਕੱਢਣੀ ਆ ਤੇ ਪੁੱਤ kinetic एनर्जी ਦਾ ਜਨਰਲ ਫਾਰਮੂਲਾ ਹਾਫ mv² ਆ ਜਾਣਾ, ਠੀਕ ਹੈ। ਤੇ ਇੱਥੇ v ਦੀ ਵੈਲਿਊ ਇਸੇ ਫਾਰਮੂਲੇ ਚੋਂ ਬਣਾ ਕੇ ਲਿਖ ਦੋ ਜਾਂ v ਆਪਣੇ ਕੁਐਸਚਨ ਚ ਗਿਵਨ ਹੈਗਾ ਸ਼ਾਇਦ। ਵੈਲੋਸਿਟੀ ਆਪਣੇ ਕੋਲ ਗਿਵਨ ਆ, ਮਾਸ ਆਫ ਇਲੈਕਟ੍ਰੋਨ ਆਪਾਂ ਨੂੰ ਨੋਨ ਆ, ਇਥੋਂ kinetic एनर्जी ਨਿਕਲ ਆਓ। Yes, sir. Yes, sir. ਇੱਕੋ ਚੀਜ਼ ਦਾ ਧਿਆਨ ਰੱਖਿਓ ਇਥੋਂ kinetic एनर्जी ਜਿਹੜੀ ਆਣੀ ਆ ਉਹ ਆਣੀ ਜਾਊਲ ਚ ਤੇ ਮੈਨੂੰ ਉਹਨੇ ਪੁੱਛਿਆ ਆਨਸਰ ਕਿਲੋ ਇਲੈਕਟ੍ਰੋਨ ਵੋਲਟ। ਇਲੈਕਟ੍ਰੋਨ ਵੋਲਟ ਤੇ ਜਾਊਲ ਦਾ ਕੀ ਰਿਲੇਸ਼ਨ ਆ? 1 ਇਲੈਕਟ੍ਰੋਨ ਵੋਲਟ ਇਕੁਅਲ ਟੂ 1.6 into 10⁻⁻19 joule। ਬਿਲकुल 1.6 into 10⁻⁻19 ਜਾਊਲ। ਤੇ ਜੇ ਕਿਲੋ ਇਲੈਕਟ੍ਰੋਨ ਵੋਲਟ ਹੈ ਤੇ 3 ਪਾਵਰ ਐਡਜਸਟ ਕਰ ਲਓ। देयरफॉर 1 किलो इलेक्ट्रॉन वोल्ट ਦੀ ਵੈਲਿਊ 1.6 into 10⁻⁻16 ਜਾਊਲ ਆ ਜਾਏਗੀ। ਕਲੀਅਰ ਇੰਨੀ ਗੱਲ? Yes, sir. Yes, sir. Yes, sir. ਫਸਟ ਨੂਮੈਰੀਕਲ ਦੇ ਤਿੰਨੋਂ ਪਾਰਟ ਹੋ ਜੂਗੇ। Yes, sir. हाँ जी, sir. yes, ਨੂਮੈਰੀਕਲ ਦੀ ਸਟੇਟਮੈਂਟ ਪੜੋ ਜੀ ਜਲਦੀ ਜਲਦੀ। ਸੈਕਿੰਡ ਨੂਮੈਰੀਕਲ ਦੀ ਸਟੇਟਮੈਂਟ ਦੇਖੋ। मैं कर चल बात सेकंड अमेरिकल हैगा करा चलो सर टाइम हो गया। yes, sir. कितना हो गया 4-7 होए जे 3 मिनट हैगे अपने
A proton is traveling with horizontal velocity. Proton is traveling with horizontal velocity 2.5 into 10 raised to power 8 centimeter per second. Calculate the transverse. Transverse word ਦਾ ਮਤਲਬ perpendicular ਹੁੰਦਾ ਬੇਟਾ. Calculate the transverse deflection in traveling horizontal distance x equal to 5 centimeter in electric field. और चेक करो इलैक्ट्रिक फील्ड ਜਿਹੜਾ y एक्सिस ਤੇ लाई ਕਰਦਾ ਪਿਆ ਤੇ ਜਦ ਕਿ ਚਾਰਜ ਪਾਰਟੀਕਲ ਜਿਹੜਾ ਇਨੀਸ਼ੀਅਲੀ ਐਂਟਰ ਹੋਇਆ ਉਹ x एक्सिस ਦੇ ਅਲੋਂਗ ਹੈਗਾ। ਇਹ ਕਿਹੜਾ ਟੌਪਿਕ ਬਣਿਆ ਆਪਣਾ? Moving of a charge in electric field. Moving of charge particle in perpendicular electric field. यानी ਇਹਦੇ ਅਕੋਰਡਿੰਗਲੀ ਆਪਣੀ ਫਿਗਰ ਲਈਏ ਤੇ ਆ ਚੀਜ਼ ਆ ਕਿ ਇਨੀਸ਼ੀਅਲੀ ਚਾਰਜ ਜਿਹੜਾ ਆਪਣੇ ਕੋਲ ਮੂਵ ਕਰਦਾ ਪਿਆ ਉਹਦੀ ਵੈਲੋਸਿਟੀ vx ਹੈਗੀ ਅਲੋਂਗ x एक्सिस और इलैक्ट्रिक फील्ड ਤੁਸੀਂ ਇੱਥੇ ਅਪਲਾਈ ਕੀਤਾ ਜਿਹੜਾ ਉਹ y ਐਕਸਿਸ ਤੇ ਆ। ਠੀਕ ਹੈ ਤੇ ਜਦੋਂ ਚਾਰਜ ਪਾਰਟੀਕਲ ਇਸੇ ਇਲੈਕਟ੍ਰਿਕ ਫੀਲਡ ਚੋਂ ਮੂਵ ਕਰੇਗਾ ਉਹਦਾ ਪਾਥ ਕੀ ਬਣਨਾ? Parabola. ਪੈਰਾਬੋਲਾ। ਅਲਟੀਮੇਟ ਪਾਰਟੀਕਲ ਸਟ੍ਰੇਟ ਪਾਥ ਦੀ ਥਾਂ ਤੇ ਇਸ ਪੈਰਾਬੋਲਿਕ ਪਾਥ ਤੇ ਜਦੋਂ ਜਾਏਗਾ ਆ ਉਹਨੇ ਪੁੱਛਿਆ ਕਿ y ਐਕਸਿਸ ਦੇ ਅਲੋਂਗ ਉਹਦੀ ਡਿਫਲੈਕਸ਼ਨ ਕਿੰਨੀ ਹੋਣੀ ਆ। ਇਹਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਜਾਂ ਤਾਂ ਤੁਹਾਨੂੰ ਸਿੱਧਾ ਸਿੱਧਾ ਇਸ ਟੌਪਿਕ ਜਿਹੜਾ ਆਪਾਂ ਸਭ ਤੋਂ ਪਹਿਲਾਂ ਕੀਤਾ ਦਾ ਫਾਰਮੂਲਾ ਯਾਦ ਆ ਜੇ। ਇਨ ਕੇਸ ਫਾਰਮੂਲਾ ਨਹੀਂ ਯਾਦ ਆਂਦਾ ਤੇ ਇਮੀਡੀਏਟ ਬਣ ਜਾਣਾ। ਇਹਨੂੰ ਬਣਾਉਣ ਲਈ ਆ ਜਿਹੜਾ x ਪਲੇਟ ਦਾ ਡਿਸਟੈਂਸ ਹੈਗਾ ਇਹ 5 ਸੈਂਟੀਮੀਟਰ ਗਿਵਨ ਆ। ਠੀਕ ਹੈ ਤੇ ਇਹਦੇ ਅਕੋਰਡਿੰਗਲੀ ਆਪਾਂ ਜੇ y ਐਕਸਿਸ ਦੇ ਅਲੋਂਗ ਇਕੁਏਸ਼ਨ ਲਾਣੀ ਹੋਈ ਤੇ ਆਪਣੇ ਕੋਲ ਇਕੁਏਸ਼ਨ ਸੀਗੀ y y naught equal to u by t plus half ay into t square. ਆ ਕਲੀਅਰ ਆ? Yes, sir. Yes, sir. Yes, sir. y naught ਜਿਹੜਾ ਉਹ origin ਦਾ ਕੋਆਰਡੀਨੇਟ ਉਹ 0 ਆ। ਇਨੀਸ਼ੀਅਲ ਵੈਲੋਸਿਟੀ ਪਾਰਟੀਕਲ ਦੀ x ਤੇ ਆ y ਕੰਪੋਨੈਂਟ ਹੈ ਨਹੀਂ ਯਾਨੀ ਇਸ ਇਕੁਏਸ਼ਨ ਦੇ ਵਿੱਚੋਂ y naught 0 ਆ u by 0 ਆ ਤੇ therefore y ਦੀ ਇਕੁਏਸ਼ਨ ਆ ਗਈ half ay into t square। ਠੀਕ ਆ ਤੇ ਐਕਸਲਰੇਸ਼ਨ ਜਿਹੜੀ y ਐਕਸਿਸ ਤੇ ਆਈ ਆ ਉਹ ਇਲੈਕਟ੍ਰਿਕ ਫੀਲਡ ਤੋਂ ਆਈ ਆ। ਇਸ ਲਈ ay ਵਾਸਤੇ ਜੇ ਵੈਲਿਊ ਬਣਾਈਏ ਤੇ we know that ਇੱਕ ਪਾਸੇ f equal to qe ਆ ਜਾਏਗਾ ਤੇ ਦੂਜੇ ਪਾਸੇ f equal to ma ਆ ਜਾਏਗਾ। y ਸਿਰਫ ਪਹਿਲਾਂ ਤਾਂ ਪਾ ਰਹੇ ਹਾਂ ਕਿਉਂਕਿ ਇਲੈਕਟ੍ਰਿਕ ਫੀਲਡ ਤੇ ਐਕਸਲਰੇਸ਼ਨ y ਐਕਸਿਸ ਤੇ ਨਿਕਲਣੀ। therefore ਇਥੋਂ ay ਦੀ ਵੈਲਿਊ ਬਣਾ ਲਓ। ay ਦੀ ਵੈਲਿਊ ਬਣ ਗਈ qe by m। क्या ay ਦੀ ਵੈਲਿਊ ਕਲੀਅਰ ਆ? Yes, sir. ਹਾਂਜੀ ਸਰ। ਇੱਕ ਵੇਰੀਏਬਲ ਆਪਣੇ ਕੋਲ ਰਹਿ ਗਿਆ ਟਾਈਮ ਤੇ ਟਾਈਮ ਦੀ ਵੈਲਿਊ ਵਾਸਤੇ ਇਕੁਏਸ਼ਨ x ਐਕਸਿਸ ਤੇ ਲਾ ਦਿਓ। ਠੀਕ ਹੈ ਆਲਸੋ x minus x naught equal to uxt plus half ax into t square। ਇਸ ਇਕੁਏਸ਼ਨ ਦੇ ਅਕੋਰਡਿੰਗਲੀ x naught 0 ਆ ux ਹੈਗਾ ਇਨੀਸ਼ੀਅਲ ਵੈਲੋਸਿਟੀ x ਐਕਸਿਸ ਤੇ ਜਿਹਦਾ ਸਿੰਬਲ vx ਆਪਾਂ ਮੰਨਿਆ और हॉरिजॉन्टल डायरेक्शन च कोई फोर्स नहीं इस करके एक्सेलरेशन ax 0 यानी अपनी इक्वेशन जेडी होएगी वो रहेगी x equal to vx into t ते इथों t काट लो x over vx आ जाओ। क्या t दी वैल्यू क्लियर आ? Yes, sir. इधरों मेरे को ay दी वैल्यू बन गई ते दूजी मेरे को t दी दोनों वैल्यूज फार्मूले च पुट अप कर लो। फाइनल फार्मूला लिखो अपनी को की बन गया। therefore y ਦਾ ਫਾਰਮੂਲਾ ਆ ਜਾਏਗਾ half into qey by m into x square over vx square। ਆ ਫਾਈਨਲ ਇਕੁਏਸ਼ਨ ਹੋਏਗੀ ਜਿਹਦੇ ਸਾਰੇ ਵੇਰੀਏਬਲ ਚਾਰਜ ਆਫ ਪਾਰਟੀਕਲ ਮਾਸ ਆਫ ਪਾਰਟੀਕਲ ਗਿਵਨ ਆ ਕੁਐਸਚਨ ਚ ਇਲੈਕਟ੍ਰਿਕ ਫੀਲਡ x ਐਕਸਿਸ ਦੇ ਅਲੋਂਗ ਡਿਸਟੈਂਸ ਜਿਹੜਾ ਟਰੈਵਲ ਕਰਨਾ ਤੇ vx ਇਹ ਸਾਰੇ ਵੇਰੀਏਬਲ ਆਪਣੇ ਹੈਗੇ ਤੇ ਡਿਫਲੈਕਸ਼ਨ y ਐਕਸਿਸ ਦੇ ਅਲੋਂਗ ਆਪਣੀ ਕੈਲਕੂਲੇਟ ਹੋ ਜੂ ਇਹ ਨਿਊਮੈਰੀਕਲ। ਹਾਂਜੀ sir. Yes, sir. Yes, sir. Yes, sir. ਲਓ ਯੁਵਰਾਜ ਜੀ ਟਾਈਮ ਪੂਰਾ ਹੀ ਹੋਇਆ। कमेंट चला गया।